सत श्री अकाल जी, तुसी वेख रहे हो पंजाब मेल USA TV। ਤੁਹਾਡਾ ਸਾਰਿਆਂ ਦਾ ਸਵਾਗਤ ਕਰੰਟ ਨਿਊਜ਼ ਐਂਡ ਵਿਊਜ਼ ਦੇ ਵਿੱਚ। ਮੇਰੇ ਨਾਲ ਜਤਿੰਦਰ ਖੈਰਾ ਨੇ, ਮੈਂ ਹਾਂ ਸੰਜੀਵ ਯਸ਼ ਖੰਨਾ। ਸੋ ਸਾਰੀਆਂ ਰਿਊਮਰਸ, ਸਾਰੇ ਅੰਦਾਜ਼ੇ ਖੈਰਾ ਸਾਹਿਬ ਗਲਤ ਹੋ ਗਏ। ਸਾਰਿਆਂ ਦੇ ਜਿਹੜੇ ਵੱਡੇ ਵੱਡੇ ਐਸਟੀਮੇਟ ਸੀ ਧਰੇ ਧਰਾਏ ਰਹਿ ਗਏ। ਸਾਰੀਆਂ ਕੋਸ਼ਿਸ਼ਾਂ ਨਾਕਾਮ। ਇੱਧਰੋਂ ਫੜ ਲਓ, ਉੱਧਰੋਂ ਫੜ ਲਓ, ਕੁਝ ਨਹੀਂ ਬਣਿਆ। ਬੰਦਾ ਪਹੁੰਚ ਗਿਆ ਅਫਰੀਕਾ, आ गई रिपोर्ट पक्की। हुण दसो की करोगे? कढ़ लो कि उन्होंने भांडा जिवें पंजाबी च कहिंदे ने। दसो साडे दर्शकों नूं कौन पहुंचिया अफ्रीका? अच्छा, गल तो है ना, असीं दीपक टीनू की गल कर रहे हैं जी। तुहानूं सारिਆਂ ਨੂੰ पता होगा कि पिछले कुछ दिनों तो पहले सानूं रूमर आए कि दिल्ली तो फड़िया गया, फिर कहिंदे जी आपदी गर्लफ्रेंड सने मुंबई दे विच दोने फड़े गए, डिक्के आ गए। हुण उदों उस समय सानूं लगदा सी भी पंजाब पुलिस की बड़ी वड्डी कार्रवाई है, पर हुण तुहानूं दस दईए कि पुख्ता खबर है, सोर्सिस जिहड़े बड़े वधिया सोर्सिस ने जिहड़े वक्रे एजेंसीज़ च काम करते हैं, वो कहिंदे जी ਪਹਿਲਾਂ ਟੀਨੂ ਪਹੁੰਚੇ ਰਾਜਸਥਾਨ ਜਦੋਂ ਫਰਾਰ ਹੁੰਦੇ ਆ, ਫਿਰ ਰਾਜਸਥਾਨ ਤੋਂ ਮੌਰੀਸ਼ੀਅਸ ਤੋਂ ਹੁਣ ਉਹ ਅਫਰੀਕਾ ਦੇ ਵਿੱਚ ਪਹੁੰਚ ਗਏ ਨੇ। ਤੁਸੀਂ ਹਿਸਾਬ ਲਾ ਸਕਦੇ ਹੋ ਵੀ ਦੇਖੋ, ਫਰਜ਼ੀ ਪਾਸਪੋਰਟ ਹੈ ਔਰ ਉਸਦੇ ਤੇ ਆਧਾਰ ਦੇ ਉੱਤੇ ਇਹਨਾਂ ਮੁਲਕਾਂ ਤੋਂ ਹੁੰਦੇ ਉਹ ਅਫਰੀਕਾ ਚਲੇ ਗਏ ਨੇ। ਸੰਜੀਵ ਜੀ, ਕਿੱਡਾ ਵੱਡਾ ਇਹ ਟ੍ਰਾਇਲ ਹੋ ਸਕਦਾ, ਕਿੱਡਾ ਵੱਡਾ ਗੜ੍ਹ ਹੋ ਸਕਦਾ, ਤੁਸੀਂ ਇਹ ਹਿਸਾਬ ਲਾ ਸਕਦੇ ਹੋ ਕਿ ਹੁਣ ਆਪਾਂ ਗੱਲ ਕਰਦੇ ਹਾਂ ਪ੍ਰਿਤਪਾਲ ਸਿੰਘ। ਇੱਦਾਂ ਦੇ ਕਈ ਪ੍ਰਿਤਪਾਲ ਸਿੰਘ ਸਾਡੀ ਪੰਜਾਬ ਪੁਲਿਸ ਦੇ ਵਿੱਚ, ਸਾਡੇ ਸਿਸਟਮ ਦੇ ਵਿੱਚ, ਸਾਡੇ ਪੂਰੀ ਦੁਨੀਆ ਦੇ ਵਿੱਚ ਵਸਦੇ ਨੇ। ਇੱਕ ਗੱਲ ਦੱਸੋ, ਚਲੋ ਪ੍ਰਿਤਪਾਲ ਸਿੰਘ ਜੀ ਨੇ ਜੋ ਵੀ ਹੈਲਪ ਕੀਤੀ ਹੋਏਗੀ ਜਾਂ ਨਹੀਂ ਕੀਤੀ ਹੋਏਗੀ, ਇਹ ਤਾਂ ਤਹਿਕੀਕਾਤ ਨੇ ਦੱਸ ਹੀ ਦੇਣਾ। ਜੋ ਹਾਲਾਤ ਸਾਹਮਣੇ ਨਜ਼ਰ ਆ ਰਹੇ ਨੇ, ਕਿਤੇ ਨਾ ਕਿਤੇ ਤਾਂ ਹੈਲਪ ਮਿਲੀ ਗਈ। ਸਭ ਤੋਂ ਵੱਡੀ ਗੱਲ, ਫਰਜ਼ੀ ਪਾਸਪੋਰਟ ਏਜੰਸੀਆਂ ਕੀ ਕਰਦੀਆਂ ਪਈਆਂ ਨੇ? ਪਾਸਪੋਰਟ ਜਿਹੜਾ ਚੈੱਕ ਕਰਦੇ ਨੇ, ਉਹ ਅਧਿਕਾਰੀ ਕੀ ਕਰਦੇ ਪਏ ਨੇ? ਏਅਰਪੋਰਟ ਤੇ ਕਿਹੜੀ ਚੈਕਿੰਗ ਹੁੰਦੀ ਪਈ ਹੈ ਜੇ ਫਰਜ਼ੀ ਪਾਸਪੋਰਟ ਦਾ ਨਹੀਂ ਪਤਾ ਲੱਗਦਾ ਪਿਆ? ਮਤਲਬ ਇਹ ਫਰਜ਼ੀ ਪਾਸਪੋਰਟ ਬਣਾਉਣ ਵਾਲੇ ਵੀ ਇੰਨੇ ਸਮਾਰਟ ਨੇ ਕਿ ਜਿਹੜੀਆਂ ਏਜੰਸੀਜ਼ ਨੇ, ਜਿਹੜੇ ਅਧਿਕਾਰੀ ਨੇ ਪਾਸਪੋਰਟ, ਇਹਨਾਂ ਦਾ ਰੋਜ਼ ਦਾ ਕੰਮ ਹੈ, ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਫਰਜ਼ੀ ਪਾਸਪੋਰਟ ਹੈ ਕਿ ਓਰੀਜਨਲ। ਔਰ ਬੰਦਾ ਅਫਰੀਕਾ ਜਾ ਪਹੁੰਚਿਆ, ਹੁਣ ਵਾਪਸ ਕਿਵੇਂ ਲਿਆਉਣਾ ਉੱਥੋਂ? ਦੇਖੋ ਬਹੁਤ, ਕਿਉਂਕਿ ਹੁਣ ਦੇਖੋ ਤੁਸੀਂ ਕਹਿੰਦੇ ਨਾ ਵੀ ਜੰਗਲ ਦੇ ਵਿੱਚ ਇੱਕ ਸੂਈ ਲੱਭਣੀ ਉਹ ਬਹੁਤ ਔਖਾ ਹੋ ਜਾਂਦਾ। ਇੱਦਾਂ ਹੀ ਇਹਨਾਂ ਛੋਟੇ ਮੁਲਕਾਂ ਦੇ ਵਿੱਚੋਂ ਬੰਦਾ ਲੱਭਣਾ ਬਹੁਤ ਮੁਸ਼ਕਿਲ ਹੋ ਜਾਂਦਾ, ਕਿਉਂਕਿ ਜਦੋਂ ਅਸੀਂ ਅਫਰੀਕਾ ਵਰਗੇ ਮੁਲਕ ਦੀ ਗੱਲ ਕਰਦੇ ਹਾਂ ਤਾਂ ਉਹ ਬਹੁਤ ਗਰੀਬੀ ਨਾਲ ਜੂਝਣ ਡੇ ਆ। ਔਰ ਉਹਨਾਂ ਦੇ ਉੱਥੇ ਤੁਸੀਂ ਜਾ ਕੇ ਕਿਸੇ ਨੂੰ ਕਹੋ ਮੈਂ ਤੁਹਾਨੂੰ ਇੰਨੇ ਪੈਸੇ ਦਿੰਦਾ, ਮੈਂ ਇੰਨੇ ਦਿਨਾਂ ਲਈ ਰਹਿਣਾ, ਅਗਲਾ ਕਿਉਂ ਜ਼ਬਾਨ ਖੋਲੂਗਾ? ਬਹੁਤ ਔਖਾ ਆ। ਹਾਲਾਂਕਿ ਜਦੋਂ ਅਸੀਂ ਵੱਡੇ ਮੁਲਕਾਂ ਦੀ ਗੱਲ ਕਰਦੇ ਹਾਂ, ਅਮਰੀਕਾ, ਆਸਟ੍ਰੇਲੀਆ, ਕੈਨੇਡਾ ਦੀ ਗੱਲ ਕਰਦੇ ਹਾਂ, ਉੱਥੇ ਤੁਸੀਂ ਬੜੇ ਲੀਗਲ ਤਰੀਕੇ ਦੇ ਨਾਲ ਜਿਹੜੇ ਇਲੀਗਲ ਵੀ ਰਹਿ ਰਹੇ ਉਹਨੂੰ ਵੀ ਲੱਭਣਾ ਸੌਖਾ ਹੋ ਜਾਂਦਾ, ਕਿਉਂਕਿ ਤੁਸੀਂ ਟਰੈਕਿੰਗ ਸਿਸਟਮ ਲੱਗੇ ਹੋਏ ਨੇ ਸਾਰੀ ਜਗ੍ਹਾ ਦੇ ਉੱਤੇ। ਉਹਨਾਂ ਦੇ ਕੋਲੇ ਜਿਹੜੇ ਅਸੀਂ ਕਹਿੰਦੇ ਕਿ ਲੋਕਲ ਜਦੋਂ ਲੰਘਦੇ ਵੜਦੇ ਆ, ਸੜਕਾਂ ਦੇ ਉੱਤੇ ਕੈਮਰਾਜ਼ ਨੇ, ਬੜੀਆਂ ਹੋਰ ਜਗ੍ਹਾ ਦੇ ਉੱਤੇ ਕੈਮਰਾਜ਼ ਨੇ, ਉੱਥੇ ਟਰੈਕਿੰਗ ਸਿਸਟਮ ਹੋ ਸਕਦਾ। ਹੁਣ ਇਹਨਾਂ ਸਿਸਟਮ ਦੇ ਵਿੱਚ ਤਾਂ ਟਰੈਕ ਹੁੰਦਾ ਨਹੀਂ, ਪਹਿਲੀ। ਫਿਰ ਦੂਸਰੀ ਗੱਲ ਇਹ ਆ ਕਿ ਇੱਥੇ ਜਿਹੜੇ ਲੀਗਲ ਸਾਨੂੰ ਚਾਹੀਦੇ ਹੁੰਦੇ ਆ, ਜਿਨ੍ਹਾਂ ਦੀ ਕਸਟਡੀ ਚਾਹੀਦੀ ਹੁੰਦੀ ਆ, ਗੋਲਡੀ ਬਰਾੜ ਵਰਗੇ, ਹਰਵਿੰਦਰ ਰਿੰਦੇ ਵਰਗੇ, ਉਹ ਨਹੀਂ ਸਾਨੂੰ ਮਿਲਦੇ। ਉਹ ਇਹ ਜਿਹੜੇ ਲੋਕ ਜਿਨ੍ਹਾਂ ਦਾ ਕੋਈ ਐਗਜ਼ਿਸਟੈਂਸ ਨਹੀਂ ਹੈਗੀ, ਕਿਉਂਕਿ ਉੱਧਰ ਜਾ ਕੇ ਪਾਸਪੋਰਟ ਪਾੜ ਦੇਣਗੇ, ਉੱਥੇ ਕੋਈ ਐਗਜ਼ਿਸਟੈਂਸ ਨਹੀਂ ਹੈਗੀ, ਉਸ ਬੰਦੇ ਨੂੰ ਟਰੈਕ ਕਰਨਾ ਸਭ ਤੋਂ ਜ਼ਿਆਦਾ ਔਖਾ ਆ। ਦੂਸਰੀ ਗੱਲ ਇਹ, ਅਫਰੀਕਾ ਪਹੁੰਚੇ ਨੇ, ਉੱਥੇ ਜਾ ਕੇ ਕੋਈ ਇਹ ਤਾਂ ਹੈ ਨਹੀਂ ਕਿ ਇਕੱਲਾ ਹੀ ਤੁਰਿਆ ਫਿਰਦਾ, ਵਾਕਈ ਇਹਨੂੰ ਕੋਈ ਉੱਥੇ ਜਾਣ ਦਾ ਪਛਾਣਦਾ ਨਹੀਂ। ਨੈਟਵਰਕ ਹੋਏਗਾ ਉੱਥੇ, ਵਕਾਇਦਾ ਪਹਿਲਾਂ ਹੀ ਕੋਈ ਬੰਦੇ ਮੌਜੂਦ ਨੇ, ਸੈੱਲ ਮੌਜੂਦ ਹੈ ਜਿਹੜਾ ਇਹਨੂੰ ਸਾਂਭੇਗਾ। ਔਰ ਇਹ ਵੀ ਸ਼ੋਰ ਨਹੀਂ ਹੈਗਾ ਕਿ ਉਹ ਅਫਰੀਕਾ ਹੀ ਰਹੇਗਾ, ਕੱਲ੍ਹ ਨੂੰ ਖਬਰ ਆ ਜਾਊਗੀ ਕਿ ਤਾਂ ਹੁਣ ਨਿਕਲ ਗਿਆ ਹੋਵੇ ਸਾਡੀਆਂ ਗੱਲਾਂ ਕਰਦੇ ਹੋ ਸਕਦਾ, ਕਿਉਂਕਿ ਇੱਥੇ ਇੰਟੈਲੀਜੈਂਸ ਇਨਪੁਟ ਜਿਹੜੀਆਂ ਨੇ ਬਹੁਤ ਮਾੜੀਆਂ ਨੇ। ਹੁਣ ਆਪਾਂ ਗੱਲ ਕਰਦੇ ਉਹਨਾਂ ਦੀ ਗਰਲਫ੍ਰੈਂਡ ਜਿਹੜੀ ਆ, ਉਹ ਕਹਿੰਦੀ ਆ ਕਿ ਮੈਨੂੰ ਨਹੀਂ ਪਤਾ ਹੈਗਾ, ਮੈਨੂੰ ਵੀ ਨਹੀਂ ਦੱਸ ਕੇ ਗਿਆ, ਮੈਂ ਨਾਰਾਜ਼ ਹਾਂ, ਮੈਨੂੰ ਧੋਖਾ ਦੇ ਕੇ ਗਿਆ। ਪਰ ਸ਼ੁਰੂਆਤ ਆਪਾਂ ਕਰਦੇ ਹਾਂ, ਤੁਸੀਂ ਕਹਿੰਦੇ ਵੀ ਚਲੋ ਉਹ ਤਾਂ ਪਤਾ ਲੱਗ ਜੂਗਾ ਜਾਂਚ ਜਿਹੜੀ ਆ ਵੀ ਪ੍ਰਿਤਪਾਲ ਸਿੰਘ ਦੋਸ਼ੀ ਆ ਕਿ ਨਹੀਂ ਦੋਸ਼ੀ। ਦੇਖੋ ਜੀ, ਦੋਸ਼ੀ ਤਾਂ ਹੈਗਾ ਬੰਦਾ। ਉਸ ਬੰਦੇ ਨੂੰ ਜਿਹੜਾ ਕਸਟਡੀ 'ਚ ਉਹਨੂੰ ਆਪਣੇ ਘਰ ਲੈ ਕੇ ਜਾਂਦਾ, ਉੱਥੇ ਉਹਦੀ ਗਰਲਫ੍ਰੈਂਡ ਨਾਲ ਮਿਲਾਉਂਦਾ, ਫਿਰ ਆਪ ਸੌਂ ਜਾਂਦਾ। ਕੀ ਪਤਾ ਕਿੰਨੇ ਬੁੱਕਾਂ ਦੇ ਬੁੱਕ ਪੈਸੇ ਮਿਲੇ ਆ, ਜਾਂ ਕੋਈ ਡਰਾ ਜਾਂ ਕੋਈ ਧਮਕੀ ਮਿਲੀ ਆ। ਔਰ ਜੇ ਧਮਕੀ ਮਿਲੀ ਆ ਤਾਂ ਫਿਰ ਦੱਸਦਾ ਕਿਉਂ ਨਹੀਂ ਆ? ਪਿੱਛੇ ਜੇ ਉਹਨਾਂ ਦਾ ਰਿਮਾਂਡ ਸੀਗਾ ਤੇ ਰਿਮਾਂਡ ਦੇ ਵਿੱਚ ਕੋਆਪਰੇਟ ਨਹੀਂ ਕਰਦੇ ਰਹੇ ਸੀਗੇ। ਹੁਣ ਤੁਸੀਂ ਇਸੇ ਲਿੰਕ ਦੇ ਨਾਲ ਆਪਾਂ ਜੋੜਦੇ ਹਾਂ ਕਿ ਅਗਲਾ ਪਰਿਵਾਰ 4-4.5 ਮਹੀਨੇ ਹੋ ਗਏ ਆ ਸਿੱਧੂ ਮੂਸੇਵਾਲੇ ਦੇ ਕਤਲ ਨੂੰ ਜੀ, ਜਿਹੜਾ ਆਪਾਂ ਕਹਿੰਦੇ ਸੀ ਵੀ ਹਾਈ ਪ੍ਰੋਫਾਈਲ ਕੇਸ ਸੀਗਾ। ਇੱਦਾਂ ਦੇ ਜਿਹੜੇ ਮੀਡੀਆ ਦੇ ਵਿੱਚ ਇੱਕ ਆਪਾਂ ਕਹਿੰਦੇ ਵੀ ਕੇਸ ਉਛਲਦੇ ਨੇ ਜਾਂ ਮੀਡੀਆ ਦੇ ਵਿੱਚ ਬੜੀ ਹਾਈਪ ਬਣਾਉਂਦੇ ਆ ਨਾ ਕੇਸ, ਉਹਨਾਂ ਨੂੰ ਹੱਲ ਕਰਨਾ ਬਹੁਤ ਜ਼ਰੂਰੀ ਹੁੰਦਾ ਸੰਦੀਪ ਜੀ। ਜੇ ਅਸੀਂ ਉਹਨਾਂ ਨੂੰ ਹੱਲ ਨਹੀਂ ਨਾ ਕਰਦੇ, ਫਿਰ ਲੋਕਾਂ ਦਾ ਵਿਸ਼ਵਾਸ ਲਾਅ ਐਂਡ ਆਰਡਰ ਤੋਂ ਉੱਠਣਾ ਸ਼ੁਰੂ ਹੋ ਜਾਂਦਾ। ਦੂਸਰੇ ਬੰਨੇ ਨਿੱਤ ਆਏ ਦਿਨ, ਪਹਿਲਾਂ ਬਲਕੌਰ ਜੀ ਜਿਹੜੇ ਸਿੱਧੂ ਮੂਸੇਵਾਲੇ ਦੇ ਪਿਤਾ ਨੇ, ਉਹ ਬਲਕੌਰ ਜੀ ਪਹਿਲਾਂ ਤੇ ਬਿਮਾਰ ਸੀਗੇ, ਉਹ ਥੋੜਾ ਨਹੀਂ ਤਵੱਜੋ ਕਰ ਪਏ। ਹੁਣ ਆਏ ਦਿਨ ਉਹ ਪ੍ਰੈਸ ਕਾਨਫਰੰਸ ਕਰਕੇ ਦੱਸਦੇ ਆ, ਕਹਿੰਦੇ ਸਾਨੂੰ ਵਿਸ਼ਵਾਸ ਨਹੀਂ ਹੈਗਾ। ਉਦੋਂ ਉਹਨਾਂ ਦੀ ਮਾਤਾ ਨੇ ਕਿਹਾ ਵੀ ਕਹਿੰਦੇ ਸਾਨੂੰ ਪ੍ਰਿਤਪਾਲ ਦੇ ਉੱਤੇ ਬੜਾ ਯਕੀਨ ਸੀਗਾ, ਕਿਉਂਕਿ ਸਿੰਘ ਸਰਦਾਰ ਸੀਗਾ, ਹੁੰਦਾ ਨਾ ਵੀ ਉਹਨਾਂ ਦੇ ਇਲਾਕੇ ਵਾਲਿਆਂ ਸਾਈਡ ਦਾ ਹੀ ਭਾਊਗਾ, ਤੇ ਵੀ ਚਲੋ ਸਾਨੂੰ ਥੋੜਾ ਜਿਹਾ ਧਵਾਸਾ ਸੀਗਾ। ਕਹਿੰਦੇ ਜਦੋਂ ਉਹਨੇ ਵੀ ਗਰਦਾਰੀ ਕਰ ਲਈ ਤਾਂ ਫਿਰ ਸਾਨੂੰ ਧਵਾਸਾ ਨਹੀਂ ਰਿਹਾ। ਐਕਚੁਅਲੀ ਕੀ ਹੈ ਕਿ ਜਦੋਂ ਇੱਦਾਂ ਦੇ ਕਿੱਸੇ ਸਾਹਮਣੇ ਆਉਂਦੇ ਨੇ, ਇੱਦਾਂ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਕਿ ਸਾਡਾ ਐਡਮਿਨਿਸਟ੍ਰੇਸ਼ਨ ਵੀ ਵਿੱਚ ਇਨਵੋਲਵਡ ਆ, ਤਾਂ ਵਾਕਈ ਲੋਕਾਂ ਦਾ ਭਰੋਸਾ ਟੁੱਟੇਗਾ ਵਾਕਈ। ਕਿਤੇ ਵੀ ਤੁਸੀਂ ਦੇਖੋ,
ਕੋਈ ਵੀ ਡਿਪਾਰਟਮੈਂਟ, ਕੋਈ ਵੀ ਇੰਸਟੀਚਿਊਟ ਹੋਵੇ, ਈਵਨ ਤੁਹਾਡਾ ਕੋਈ ਆਪਣਾ ਦੋਸਤ ਹੋਵੇ, ਕੋਈ ਇਦਾਂ ਦਾ ਕਾਰਾ ਕਰ ਦੇਵੇ, ਤੁਹਾਡਾ ਭਰੋਸਾ ਟੁੱਟ ਜਾਂਦਾ। ਔਰ ਇੱਕ ਵਾਰੀ ਭਰੋਸਾ ਟੁੱਟਦਾ ਨਾ ਤਾਂ ਦੁਬਾਰਾ ਨਹੀਂ ਬਣਦਾ। ਯੂ ਨੈਵਰ ਗੈਟ ਅ ਸੈਕਿੰਡ ਚਾਂਸ ਫॉर ਯੂਰ ਫਰਸਟ ਇੰਪ੍ਰੈਸ਼ਨ। ਹਮੇਸ਼ਾ ਕਿਹਾ ਜਾਂਦਾ ਫਰਸਟ ਇੰਪ੍ਰੈਸ਼ਨ ਹੀ ਜੇ ਗਲਤ ਹੋ ਗਿਆ ਤੁਹਾਨੂੰ ਸੈਕਿੰਡ ਚਾਂਸ ਨਹੀਂ ਮਿਲੇਗਾ ਫਰਸਟ ਇੰਪ੍ਰੈਸ਼ਨ ਵਾਸਤੇ। ਦੇਖੋ ਮੈਂ ਇੰਪ੍ਰੈਸ਼ਨ ਦੀ ਗੱਲ ਛੱਡੋ, ਤੁਸੀਂ ਇੰਪ੍ਰੈਸ਼ਨ ਇੱਥੇ ਕਿਹੜਾ ਵੀ ਇੰਟਰਵਿਊ ਦੇਣ ਲਈ ਕੋਈ ਆਇਆ ਨਹੀਂ, ਇੱਥੇ ਇੱਕ ਕਾਰਗੁਜ਼ਾਰੀ ਕਿਸੇ ਦੇ ਪੁੱਤ ਦਾ ਇਨਸਾਫ ਆ, ਹਨਾ ਗੱਲ ਇਹੀ ਹੈ ਨਾ। ਉਹਨਾਂ ਦੇ ਨਾਲ ਪਹਿਲੀ ਵਾਰ ਵਾਹ ਪਿਆ ਇਹਨਾਂ ਏਜੰਸੀਆਂ ਦਾ, ਔਰ ਇੱਕ ਤਾਂ ਪੁੱਤ ਦੀ ਸੱਟ ਮੌਤ ਦੀ, ਜਵਾਨ ਪੁੱਤ ਜਿਹਦਾ ਵਿਆਹ ਧਰਿਆ ਹੋਇਆ, ਜਿਹਦਾ ਜਨਮ ਦਿਨ ਆਉਣ ਵਾਲਾ ਵਾਕਈ, ਔਰ ਦੂਜਾ ਇਦਾਂ ਦਾ ਰਿਸਪੌਂਸ। ਨੈਚੁਰਲੀ ਹੁਣ ਜੇ ਦੁਬਾਰਾ ਟੀਮ ਆਏਗੀ, ਬਲਕੌਰ ਜੀ ਕਹਿਣਗੇ ਨਹੀਂ ਯਾਰ ਇਹ ਵੀ ਉਹੋ ਜਿਹੇ ਹੋਣਗੇ, ਭਾਵੇਂ ਉਹ ਲੱਖ ਚੰਗੇ ਹੋਣ, ਸੋਨੇ ਦੇ ਬਣ ਕੇ ਆ ਜਾਣ, ਫਿਰ ਵੀ ਕਹਿਣਗੇ ਨਹੀਂ ਮੈਨੂੰ ਸ਼ਾਇਦ ਇਨਸਾਫ ਨਹੀਂ ਮਿਲੇਗਾ, ਮੇਰੇ ਪੁੱਤ ਦੇ ਕਾਤਿਲ ਨਹੀਂ ਸ਼ਾਇਦ ਫੜੇ ਜਾਣਗੇ, ਕਿਉਂਕਿ ਇਹ ਵੀ ਇਹੋ ਜਿਹੇ ਹੋਣਗੇ ਜਿਹੜੇ ਆਪ ਹੀ ਇਨਵੋਲਵ ਨੇ। ਹੁਣ ਟੀਨੂ, ਦੀਪਕ ਟੀਨੂ, ਉਹ ਤੁਸੀਂ ਕਹਿੰਦੇ, ਆਪਾਂ ਸਾਰੇ ਮੰਨਦੇ ਆ ਕਿ ਇੱਕ ਸਟਾਰ ਕ੍ਰਿਮੀਨਲ ਸੀ ਉਹਦੇ ਵਿੱਚ, ਇਸ ਕੇਸ ਦੇ ਵਿੱਚ ਜਿਹੜਾ ਇਨਵੋਲਵ ਸੀ ਸ਼ੂਟ ਆਊਟ ਦੇ ਵਿੱਚ, ਔਰ ਉਹ ਬੰਦਾ ਹੱਥੋਂ ਨਿਕਲ ਜਾਂਦਾ ਔਰ ਸਾਫ਼ ਪਤਾ ਲੱਗ ਰਿਹਾ ਕਿ ਇਨਵੋਲਵਮੈਂਟ ਹੈਗੀ ਆ ਐਡਮਿਨਿਸਟ੍ਰੇਸ਼ਨ ਦੀ। ਐਵੇਂ ਕਿੱਦਾਂ ਨਿਕਲ ਜੂਗਾ ਬੰਦਾ? ਸੋ ਬਲਕੌਰ ਜੀ ਦਾ ਕਹਿਣਾ ਬਿਲਕੁਲ ਠੀਕ ਹੈ ਕਿ ਸਾਡਾ ਵਿਸ਼ਵਾਸ ਨਹੀਂ ਬਣਦਾ। ਵਿਸ਼ਵਾਸ ਕਿਵੇਂ ਬਣੇ? ਰਿਜ਼ਲਟ ਸਾਹਮਣੇ ਨੇ। ਹੁਣ ਕਿਤੇ ਆਉਂਦੀ ਹੈ ਰਿਮੈਂਬਰ ਦਿੱਲੀ ਤੋਂ ਫੜੇ ਗਏ, ਫਿਰ ਆਉਂਦੀ ਹੈ ਮੁੰਬਈ ਤੋਂ ਫੜੇ ਗਏ, ਫਿਰ ਕਹਿੰਦੇ ਨੇ ਅਫਰੀਕਾ ਪਹੁੰਚ ਗਏ। ਹੁਣ ਪਤਾ ਨਹੀਂ ਅਫਰੀਕਾ ਪਹੁੰਚੇ ਨੇ ਕਿ ਨਹੀਂ ਪਹੁੰਚੇ। ਅਸੀਂ ਤਾਂ ਸਟੂਡੀਓ 'ਚ ਬੈਠੇ ਹਾਂ ਨਾ, ਸਾਡੇ ਕੋਲ ਇਨਫੋਰਮੇਸ਼ਨ ਪਹੁੰਚ ਰਹੀ ਹੈ, ਇਨਪੁਟ ਪਹੁੰਚ ਰਹੀ ਹੈ, ਅਸੀਂ ਦਰਸ਼ਕਾਂ ਨਾਲ ਸਾਂਝੀ ਕਰਦੇ ਪਏ ਹਾਂ। ਇਨਪੁਟ ਕਿੱਥੋਂ ਆ ਰਹੀ ਹੈ? ਪੁਲਿਸ ਵੱਲੋਂ ਆ ਰਹੀ ਹੈ, ਔਰ ਇਹਨਾਂ ਦੀ ਇੰਟੈਲੀਜੈਂਸੀ ਦੀ ਇਨਪੁਟ ਸਾਨੂੰ ਪਤਾ ਹੀ ਹੈ ਕਿੱਦਾਂ ਦੀ ਹੁੰਦੀ ਹੈ। ਮੋਸਟ ਆਫ ਦਾ ਕੇਸਿਸ ਕਿਤੇ ਕਿਤੇ ਕਾਰਗੁਜ਼ਾਰੀ ਜਿਹੜੀ ਹੈ ਵਧੀਆ ਹੁੰਦੀ, ਅਦਰਵਾਈਜ਼ ਨੋ ਨਥਿੰਗ। ਵਾਕਈ ਤੁਹਾਡੀ ਗੱਲ ਬਹੁਤ। ਉਹਨੇ ਅਫਰੀਕਾ ਪਹੁੰਚਿਆ ਨਹੀਂ ਪਹੁੰਚਿਆ ਇਹ ਵੀ ਨਹੀਂ ਪਤਾ, ਕੀ ਪਤਾ ਇੰਡੀਆ ਹੀ ਤੁਰਿਆ ਫਿਰਦਾ ਹੋਵੇ ਤੇ ਗੱਲ ਘੜ ਕੇ ਕਹਾਣੀ ਬਣਾਤੀ ਜੀ ਅਫਰੀਕਾ ਪਹੁੰਚ ਗਿਆ, ਉਹਨੂੰ ਸ਼ਾਇਦ ਇੱਥੇ ਰਫਾ ਦਫਾ ਕਰਨਾ ਹੋਵੇ, ਨਾ ਫੜਨਾ ਹੋਵੇ। ਇਹ ਵੀ ਇੱਕ ਪੁਆਇੰਟ ਹੋ ਸਕਦਾ ਕਿ ਕਹਿ ਦਿਓ ਅਫਰੀਕਾ ਪਹੁੰਚ ਗਿਆ ਜੀ, ਲੱਭਦਾ ਨਹੀਂ ਪਿਆ, ਭਾਵੇਂ ਪਠਾਨਕੋਟ ਬੈਠਾ ਹੋਵੇ, ਕਿਹੜਾ ਕਿਸੇ ਨੇ ਲੱਭਣ ਜਾਣਾ? ਜੋ ਪੁਲਿਸ ਨੇ ਇਨਪੁਟ ਦਿੱਤੀ ਸਾਨੂੰ ਪਤਾ ਲੱਗ ਜਾਂਦੀ ਹੈ। ਸੋ ਦਿਸ ਇਜ਼ ਦਾ ਵੇ ਕਿ ਕਿਸੇ ਕੇਸ ਨੂੰ ਰਫਾ ਦਫਾ ਕਿਵੇਂ ਕਰਨਾ ਹੈ ਜਾਂ ਬੰਦੇ ਨੂੰ ਕਿਵੇਂ ਬਚਾਉਣਾ, ਇਹ ਵੀ ਇੱਕ ਐਂਗਲ ਹੋ ਸਕਦਾ ਹੈ। ਇਸ ਨੂੰ ਵੀ ਅਸੀਂ ਜ਼ਰੂਰ ਕੋਖੀ, ਕਿਉਂਕਿ ਇਸ ਐਂਗਲ ਨੂੰ ਅਸੀਂ ਅਛੂਤਾ ਨਾ ਛੱਡੀਏ। ਹੋ ਸਕਦਾ ਬੰਦਾ ਅਫਰੀਕਾ ਨਹੀਂ ਪਹੁੰਚਿਆ, ਉਹ ਬੰਦਾ ਇੰਡੀਆ 'ਚ ਹੀ ਹੈ, ਹੋ ਸਕਦਾ ਪੰਜਾਬ ਦੇ ਵਿੱਚ ਹੀ ਹੈ। ਵਾਕਈ ਤੁਹਾਡੀ ਗੱਲ ਬੜੀ ਦੁਰਸਤ ਹੈ। ਅੱਗੇ ਵਧਦੇ ਹਾਂ ਜੀ। ਕੋਟਕਪੂਰਾ ਗੋਲੀकांड ਜੋ ਹੋਇਆ ਉਹਦੇ ਵਿੱਚ ਪੁੱਛਗਿੱਛ ਚੱਲਦੀ ਪਈ ਹੈ। ਸੁਖਬੀਰ ਬਾਦਲ ਸਾਹਿਬ ਨੂੰ ਵੀ ਬੁਲਾਇਆ ਗਿਆ, ਹੋਰ ਵੀ ਕਈ ਜਿਹੜੀਆਂ ਮਾਨਯੋਗ ਹਸਤੀਆਂ ਨੇ ਉਹਨਾਂ ਨੂੰ ਬੁਲਾਇਆ ਗਿਆ, ਪੁੱਛਗਿੱਛ ਹੋਈ ਹੈ, ਔਰ ਸਿੱਟ ਦੀ ਟੀਮ ਕੋਟਕਪੂਰਾ ਵੀ ਪਹੁੰਚੀ ਹੈ। ਇੱਕ ਵੱਡੀ ਟਵਿਸਟ ਇਹਦੇ 'ਚ, ਜੋ ਵੱਡੇ ਬਾਦਲ ਸਾਹਿਬ ਨੇ ਉਸ ਵਕਤ CM ਸੀ, ਉਹਨਾਂ ਦੀ ਵੀ ਪੁੱਛਗਿੱਛ ਹੁਣ ਹੋ ਗਈ ਹੈ ਸ਼ੁਰੂ। ਅੱਜ ਜੇ ਆਪਾਂ ਲੈ ਕੇ ਗੱਲ ਚੱਲੀਏ ਤੇ ਮੈਨੂੰ ਲੱਗਦਾ ਅੱਜ 12 ਅਕਤੂਬਰ ਅੱਜ ਤੋਂ 2 ਦਿਨ ਬਾਅਦ ਯਾਨੀ 14 ਅਕਤੂਬਰ 2015 ਦੇ ਵਿੱਚ ਇਹ ਕਾਂਡ ਹੁੰਦਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਬੇਅਦਬੀ ਕਾਂਡ ਆ। ਬਹਿਬਲ ਕਲਾਂ, ਕੋਟਕਪੂਰਾ, ਉਦੋਂ ਬਾਅਦ ਉਹਦੀਆਂ ਲੜੀਆਂ ਜੁੜਦੀਆਂ ਨੇ ਜੀ। ਬਹੁਤ ਸਮਾਂ ਹੋ ਗਿਆ, ਬਹੁਤ ਸਾਰੀਆਂ ਗੱਲਾਂ ਅਸੀਂ ਗੱਲ ਕਰਦੇ ਹਾਂ ਕਿ ਇਸ ਇਨਸਾਫ ਨਹੀਂ ਮਿਲਿਆ। ਇਹਨਾਂ ਦੀ ਸਰਕਾਰ, ਅਕਾਲੀਆਂ ਦੀ ਸਰਕਾਰ ਸੀ ਉਹ 2015 ਦੇ ਵਿੱਚ, ਉਸ ਤੋਂ ਬਾਅਦ ਉਹ ਟੁੱਟਦੀ ਹੈ ਤੇ ਫਿਰ ਸਾਡੇ ਕੋਲ 17 ਦੇ ਵਿੱਚ ਆ ਜਾਂਦੀ ਹੈ ਜੀ ਕਾਂਗਰਸ ਸਰਕਾਰ। ਹੁਣ ਆਪਣੇ ਕੋਲ ਆ ਜਾਂਦੀ ਆਮ ਆਦਮੀ ਪਾਰਟੀ ਜੀ। ਇਨਸਾਫ ਕਹਿੰਦੇ ਨਾ ਵੀ ਤੇਲਵੀ ਦਾ ਕੋ ਉੱਥੇ ਦਾ ਉੱਥੇ ਹੈ ਨਾ, 2 ਮਣ ਪੈਂਡਾ ਤੇ ਉੱਥੇ ਦਾ ਉੱਥੇ ਹੈ ਨਾ ਜੀ, ਹੈ ਨਾ। ਤੇ ਉਹ ਮੈਨੂੰ ਲੱਗਦਾ ਹੁੰਦਾ ਵੀ ਹੁਣ ਗੱਲਾਂ ਘੜੀ ਜਾਂਦੇ, ਹਰ ਕੋਈ ਗੱਲਾਂ ਘੜੀ ਜਾਂਦਾ। ਆਮ ਆਦਮੀ ਪਾਰਟੀ ਦੇ ਵਿੱਚ ਨਾ ਲੋਕਾਂ ਨੂੰ ਤਾਂ ਵੀ ਯਕੀਨ ਸੀਗਾ ਕਿਉਂਕਿ ਇਹਨਾਂ ਦਾ ਇੱਕ ਜਿਹੜਾ ਬੰਦਾ ਆ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਅੰਮ੍ਰਿਤਸਰ ਤੋਂ ਜਿਹੜੇ ਕੁੰਵਰ ਵਿਜੇ ਪ੍ਰਤਾਪ ਨੇ, ਇਹਨਾਂ ਦੇ ਵਿਧਾਇਕ ਨੇ, ਉਹ ਇਸ ਪਾਰਟੀ ਦੇ ਵਿੱਚ ਇਨਵੋਲਵ ਸੀਗੇ। ਮਤਲਬ ਇਸ ਪਾਰਟੀ ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਨੂੰ ਛੱਡ ਕੇ ਉਹ ਕਹਿੰਦੇ ਜੀ ਆਮ ਆਦਮੀ ਪਾਰਟੀ ਆ, ਹੱਕ ਸੱਚ ਦੀ ਪਾਰਟੀ ਆ, ਤੇ ਮੈਂ ਲੋਕਾਂ ਨੂੰ ਹੱਕ ਸੱਚ ਦਾ ਇਨਸਾਫ ਦਿਵਾਉਣਾ ਹੈ। ਕਿਉਂਕਿ ਉਹਨਾਂ ਦੀਆਂ ਗੱਲਾਂ ਤੋਂ ਇਹ ਲੱਗਦਾ ਸੀ ਕਿ ਉਹ ਕਹਿੰਦੇ ਵੀ ਮੈਂ ਇੰਨੇ ਚਲਾਨ ਪੇਸ਼ ਕਰਦੇ, 10 ਚਲਾਨਾਂ ਦੀ ਗੱਲ ਕਰਦਾ, ਕਹਿੰਦੇ ਜੀ ਜਿਹੜੇ ਜਿਨ੍ਹਾਂ ਤੋਂ ਜਨਤਕ ਹੀ ਨਹੀਂ ਕੀਤਾ ਇਹਨਾਂ ਨੇ, ਹੈ ਨਾ, ਜਿਨ੍ਹਾਂ ਦੇ ਉੱਤੇ ਕੰਸੀਡਰੇਬਲ ਜਿਹੜਾ ਐਕਸ਼ਨ ਆ ਉਹ ਨਹੀਂ ਲਿਆ। ਹੁਣ ਉਹਨਾਂ ਦੇ ਉੱਤੇ ਐਕਸ਼ਨ ਨਹੀਂ ਲਿਆ ਤੇ ਮਤਲਬ ਬਾਕੀਆਂ ਦੇ ਉੱਤੇ ਐਕਸ਼ਨ ਜਿਹੜਾ ਆ ਉਹ ਕਿੱਦਾਂ ਹੋ ਸਕਦਾ ਸੀ? ਫਿਰ ਸਾਨੂੰ ਲੱਗਿਆ ਵੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਚੰਗੀ ਪਾਰਟੀ, ਇਸ ਕਰਕੇ ਕੁੰਵਰ ਵਿਜੇ ਪ੍ਰਤਾਪ ਰਲ ਗਿਆ, ਚਲੋ ਇਹਨੂੰ ਵੋਟਾਂ ਪਾ ਕੇ ਦੇਖਦੇ ਹਾਂ। ਕਿਉਂਕਿ ਇਹ ਰਹਿਤਲ ਦਾ ਮਾਮਲਾ ਸੀ ਪੰਜਾਬੀਆਂ ਦਾ, ਤੇ ਉਸ ਮਾਮਲੇ ਨੂੰ ਲੈ ਕੇ ਸਰਕਾਰ ਡਿੱਗ ਗਈ ਤੇ ਕਾਂਗਰਸ ਜਿਹੜੀ ਉਹ ਉਦੋਂ ਬਣਦੀ ਵੀ ਕਿ ਇਨਸਾਫ ਦਿਵਾਉਂਦੀ ਆ। ਹੁਣ ਆਮ ਆਦਮੀ ਪਾਰਟੀ ਵੀ ਉਸੇ ਚੀਜ਼ ਤੇ ਬਣੀ ਸੀ ਕਿਉਂਕਿ ਜਿਹੜਾ ਕੁੰਵਰ ਵਿਜੇ ਪ੍ਰਤਾਪ ਆ ਉਹਦੇ ਵਿੱਚ ਆ ਗਿਆ, ਇਨਸਾਫ ਨਹੀਂ ਮਿਲਿਆ। ਤੁਹਾਨੂੰ ਯਾਦ ਹੋਊਗਾ ਕਿ ਪਿਛਲੇ ਮਹੀਨੇ ਬਾਦਲ ਸਾਹਿਬ ਤੋਂ ਵੀ, ਜਿਹੜੇ ਸੁਖਬੀਰ ਬਾਦਲ ਜਿਹੜੇ ਉਦੋਂ ਹੋਮ ਮਿਨਿਸਟਰੀ ਜਿਨ੍ਹਾਂ ਦੇ ਕੋਲ ਸੀ, ਉਹਨਾਂ ਦੇ ਕੋਲੇ ਵੀ ਪੁੱਛਗਿੱਛ ਹੋਈ। ਬਿਲਕੁਲ ਹੋਈ ਹੈ, ਬੜੀਆਂ ਖਬਰਾਂ ਬਣੀਆਂ ਤੇ ਕਹਿੰਦੇ ਜੀ ਪਹਿਲਾਂ ਤਾਂ ਕਹਿੰਦੇ ਮੈਨੂੰ ਸੰਮਣ ਨਹੀਂ ਮਿਲਿਆ ਸਪੈਸ਼ਲ ਜਿਹੜਾ SIT ਆ, ਫਿਰ ਕਹਿੰਦੇ ਜੀ ਸੰਮਣ ਮਿਲ ਗਿਆ, ਕਿਹੜਾ ਫਿਰ ਕੀ ਹੋਇਆ, ਸੰਮਣ ਤਾਂ ਕਿਸੇ ਨੂੰ ਵੀ ਆ ਜਾਂਦੇ ਆ, ਚਲੋ ਆ ਜਾਂਦੇ ਹੋਣਗੇ ਵੀ। ਇੱਕ ਵਾਰੀ ਉਹ ਦੂਜੀ ਥਾਂ ਤੇ ਵੀ ਭੁਗਤਣ ਗਏ ਸੀ ਪੇਸ਼ੀ, ਉਹ ਵੀ ਕਲੈਸ਼ ਹੋਈ ਸੀ ਡੇਟ। ਤੇ ਤੁਸੀਂ ਦੇਖੋ ਵੀ ਚਲੋ ਉਹਨਾਂ ਕੋਲੇ ਪੁੱਛਗਿੱਛ ਹੋਈ ਤੇ ਹੁਣ ਵੱਡੇ ਬਾਦਲ ਕੋਲੇ ਪੁੱਛਗਿੱਛ ਹੋਈ ਕਿਉਂਕਿ ਅਗਲੇ CM ਸੀਗੇ ਉੱਤੇ।
LK ਯਾਦਵ ਜਿਹੜੀ SIT ਹੈ ਉਹ ਉੱਥੇ ਪਹੁੰਚੇ ਆ ਔਰ ਪਿਛਲੇ 3-4 ਘੰਟਿਆਂ ਤੋਂ ਲਗਾਤਾਰ ਉੱਥੇ ਉਹਨਾਂ ਤੋਂ ਪੁੱਛਗਿੱਛ ਹੋ ਰਹੀ ਹੈ, ਕਿਉਂਕਿ ਹੁਣ ਉਮਰ ਦਰਾਜ਼ ਵੀ ਹੈ ਤੇ ਸਮਾਂ ਵੀ ਲੱਗਦਾ ਉਹਨਾਂ ਨੂੰ ਯਾਦ ਕਰਨ ਨੂੰ। ਪਰ ਸਮਾਂ ਲੰਮਾ ਬਹੁਤ ਹੋ ਗਿਆ। 2015 ਤੋਂ ਲੈ ਕੇ ਅੱਜ ਤੁਸੀਂ ਦਿਨ ਲਾ ਲਓ 7 ਸਾਲ, ਮਤਲਬ ਐਡਾ ਲੰਮਾ ਸਮਾਂ ਸੰਜੀਵ ਜੀ। ਉਹ ਪੰਜਾਬ ਦੇ ਲੋਕ ਜਿਨ੍ਹਾਂ ਦੇ ਕੋਲ ਸਾਰੀਆਂ ਆਪਾਂ ਕਹਿੰਦੇ ਵੀ ਲਾਅ ਐਂਡ ਆਰਡਰ ਤੁਹਾਡੇ ਕੋਲੇ ਹੈਗਾ, ਐਡਮਿਨਿਸਟ੍ਰੇਟਿਵ ਤੁਹਾਡੇ ਕੋਲੇ ਹੋਵੇ, ਪੰਜਾਬ ਦੀ ਰਹਿਤਲ ਦੀ ਅਸੀਂ ਗੱਲ ਕਰਦੇ ਹਾਂ, ਸ਼੍ਰੋਮਣੀ ਅਕਾਲੀ ਦਲ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਬੜੇ ਸਾਰੇ ਹੋਰ ਫਾਰਮ ਸਾਡੇ ਕੋਲੇ ਨੇ, ਅਸੀਂ ਸਾਰੇ ਮਿਲ ਕੇ ਗੁਰੂ ਦਾ ਇਨਸਾਫ ਹੀ ਨਹੀਂ ਕਰ ਸਕੇ। ਨਵਜੋਤ ਸਿੰਘ ਸਿੱਧੂ ਹਰ ਡਾਈਸ ਦੇ ਉੱਤੇ ਹਿੱਕ ਠਾਕ ਕੇ ਬੋਲਦੇ ਸੀ ਮੈਂ ਗੁਰੂ ਦਾ ਇਨਸਾਫ ਦਿਵਾਊਂਗਾ। ਬਾਈਬਲ ਕਾਂਟ ਕੋਟਕਪੂਰਾ ਜਿਹੜਾ ਉਹ ਧਰਨੇ ਲੱਗਦੇ ਰਹੇ, ਉੱਥੇ ਉਹਨਾਂ ਨੇ ਸ਼ਾਲ ਜੇ ਲੈ ਕੇ ਚਲੇ ਜਾਣਾ, ਨਮੋਸ਼ੀ ਜੀ ਵਿੱਚ ਆ ਕੇ 2-3 ਫੋਟੋਆਂ ਵੀ ਵੀਡੀਓ ਤੇ ਪਾ ਦੇਣੀਆਂ ਤੇ ਲੋਕਾਂ ਨੂੰ ਲੱਗਣਾ ਵੀ ਅੱਜ ਚਲੋ ਅੱਜ ਫੈਸਲਾ ਹੋ ਗਿਆ, ਪਰ ਹੋਇਆ ਕੁਛ ਨਹੀਂ। ਇਹ ਸਿਰਫ ਜਿੰਨੇ ਵੀ ਨੇਤਾ ਮੈਨੂੰ ਲੱਗਦਾ ਹੁਣ ਤੱਕ ਇਹ ਸਿਰਫ ਤੇ ਸਿਰਫ ਗੱਲਾਂ ਦਾ ਕੜਾਹ ਬਣਾਉਂਦੇ। ਚਲੋ ਆ ਨਵੀਂ SIT ਜਿਹੜੀ LK ਯਾਦਵ ਵਾਲੀ ਆ, ਨਵੀਂ SIT ਤੇ ਨਹੀਂ ਗਈ ਪਰ SIT ਤੇ ਹੈ ਜੀ, ਇਹ ਦੇਖਦੇ ਕੀ ਕਰਦੀ ਹੈ ਔਰ ਕਿੱਥੋਂ ਤੱਕ ਇਹਨਾਂ ਲੈ ਕੇ ਆਉਂਦੀ। ਜਿਹੜੀ SIT ਹੈ ਇਹਦੇ ਉੱਤੇ ਕਿੰਨਾ ਪੋਲੀਟੀਕਲ ਪ੍ਰੈਸ਼ਰ ਹੈ ਔਰ ਕਿੰਨਾ ਕਿ ਇਹਨੂੰ ਓਪਨ ਛੱਡਿਆ ਜਾਂਦਾ, ਖੁੱਲ੍ਹਾ ਛੱਡਿਆ ਜਾਂਦਾ ਕਿ ਕਰਕੇ ਦਿਖਾਓ ਜੋ ਮਰਜ਼ੀ ਕਰੋ। ਤੁਹਾਨੂੰ ਲੱਗਦਾ ਕਿ ਜਿਹੜੀਆਂ ਇਨਕੁਆਇਰੀਜ਼ ਹੁੰਦੀਆਂ ਨੇ ਆਪਣੇ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹ ਵਿਦਆਊਟ ਐਨੀ ਪ੍ਰੈਸ਼ਰ ਹੋ ਜਾਂਦੀਆਂ ਨੇ? ਪਰ ਸੰਜੀਵ ਜੀ ਮੈਂ ਤੁਹਾਨੂੰ ਦੱਸਾਂ ਇੱਕ ਗੱਲ, ਕਿਸੇ ਨੇ ਕੁਝ ਨਹੀਂ ਲੈਣਾ ਵੀ ਫਲਾਨਾ ਕੀ ਕਰ ਰਿਹਾ, ਫਲਾਨਾ ਕੀ ਕਰ ਰਿਹਾ। ਲੋਕਾਂ ਨੂੰ ਫਿਨਿਸ਼ ਪ੍ਰੋਡਕਟ ਚਾਹੀਦਾ ਹੁੰਦਾ। ਆਮ ਲੋਕ ਨੂੰ, ਆਮ ਲੋਕ ਨੇ ਇਹ ਪੁੱਛਣਾ ਕਿ ਇਨਸਾਫ ਆਇਆ ਕਿ ਨਹੀਂ ਆਇਆ। ਸਿੱਧੂ ਮੂਸੇਵਾਲੇ ਦੀ ਗੱਲ ਦੇ ਵਿੱਚ ਬੰਦਾ ਫੜ ਹੋਇਆ, ਉਹੀ ਕਹਿ ਰਿਹਾ ਕਿ ਜਿਹੜੀਆਂ ਇਹ SIT ਨੇ ਇਹ ਕਿੰਨੀਆਂ ਕੁ ਫ੍ਰੀ ਹੈ, ਕਿੰਨਾ ਕਿ ਇਹਨਾਂ ਨੂੰ ਫ੍ਰੀ ਛੱਡਿਆ ਜਾਏਗਾ। ਆਫਟਰ ਆਲ ਤਨਖਾਹ ਤਾਂ ਇਹਨਾਂ ਨੇ ਸਰਕਾਰਾਂ ਕੋਲ ਹੀ ਲੈਣੀਆਂ ਨੇ ਨਾ। ਜੀ ਜੀ ਬਿਲਕੁਲ। ਪ੍ਰੈਸ਼ਰ ਵੀ ਹੈ ਇਹਨਾਂ ਦੇ ਸਿਰ ਦੇ ਉੱਤੇ, ਮਾਈ ਬਾਪ ਵੀ ਬੈਠੇ ਨੇ, ਉਹਨਾਂ ਨੂੰ ਜਵਾਬ ਵੀ ਦੇਣਾ ਤੇ ਕੱਲ ਨੂੰ ਪ੍ਰਮੋਸ਼ਨਾਂ ਵੀ ਲੈਣੀਆਂ ਨੇ, ਆਪਣੀ ਜੌਬ ਨੂੰ ਵੀ ਸਿਕਿਉਰ ਰੱਖਣਾ, ਆਪਣੇ ਬੱਚੇ ਵੀ ਪਾਲਣੇ ਨੇ, ਫੈਮਲੀਜ਼ ਵੀ ਹੈਗੀਆਂ ਇਹਨਾਂ ਦੀਆਂ, ਇਹ ਵੀ ਤਾਂ EMPLOYEES ਨੇ ਨਾ। ਵਾਕਈ ਤੁਹਾਡੀ ਗੱਲ ਤੇ ਜਿਹੜੇ ਬੜੇ ਪ੍ਰੈਸ਼ਰ ਵਾਲੇ ਲੋਕ ਨੇ, ਅਸਲ ਰਸੂਖ ਵਾਲੇ ਲੋਕ ਨੇ, ਜਿਨ੍ਹਾਂ ਦੇ ਇੱਕ ਇਸ਼ਾਰੇ ਦੇ ਉੱਤੇ ਕੋਈ ਵੀ ਗੇਮ ਹੋ ਜਾਂਦੀ ਹੈ। ਹਾਂਜੀ ਹਾਂਜੀ। ਸੰਸਾਰ ਦੇ ਵਿੱਚ ਕੀ ਪੰਜਾਬ ਦੇ ਵਿੱਚ ਜਿੱਥੇ ਵੀ ਇਹਨਾਂ ਦੀ ਚੱਲਦੀ ਹੈ ਚਲਾ ਜਾਂਦੇ ਨੇ। ਤੁਹਾਨੂੰ ਲੱਗਦਾ ਕਿ ਇਹ ਜਿਹੜੇ ਪੋਲੀਟੀਕਲ ਲੀਡਰਸ ਨੇ ਇਹ ਇੰਨੇ ਕੁ ਮਤਲਬ ਵਿਦਆਊਟ ਪਾਵਰ ਹੈਗੇ ਨੇ ਕਿ ਇਹਨਾਂ ਦਾ ਕੋਈ ਪ੍ਰੈਸ਼ਰ ਨਹੀਂ ਹੋਏਗਾ ਇਹਨਾਂ SITs ਦੇ ਉੱਤੇ? ਜ਼ਰੂਰ ਹੋਏਗਾ। ਔਰ ਇਹ ਕਿੰਨੀਆਂ ਫ੍ਰੀ ਹੁੰਦੀਆਂ ਨੇ, ਅੱਜ ਤੱਕ ਕਿੰਨੀ SITs ਦੇ ਰਿਜ਼ਲਟ ਆਏ ਨੇ ਵਾਕਈ। ਅੱਛਾ ਅੱਗੇ ਵਧਦੇ ਹਾਂ ਤੇ ਅੱਗੇ ਕਿਹੜੀ ਖਬਰ ਹੈ ਜੀ? ਅੱਗੇ ਜੀ ਬਾਬਾ ਫਰੀਦ ਯੂਨੀਵਰਸਿਟੀ ਦੇ ਜਿਹੜੇ VC ਨੇ ਉਹਨਾਂ ਦੀ ਨਿਯੁਕਤੀ ਨੂੰ ਫਿਰ ਫਾਈਲ ਵਾਪਸ ਭੇਜ ਦਿੱਤੀ ਹੈ। ਸਾਡੇ ਜਿਹੜੇ ਗਵਰਨਰ ਸਾਹਿਬ ਨੇ ਉਹ ਕਹਿੰਦੇ ਨੇ ਕਿ CM ਸਾਹਿਬ ਤੁਸੀਂ ਇੱਕ ਪੈਨਲ ਬਣਾ ਕੇ ਭੇਜੋ, ਮੈਨੂੰ ਕੁਝ ਆਪਸ਼ਨਸ ਦਿਓ, ਕੁਛ ਦੇਖਿਆ ਜਾਏਗਾ ਕਿਹਨਾਂ ਨੂੰ ਨਿਯੁਕਤ ਕਰਨਾ, ਕਿਹਨਾਂ ਨੂੰ ਨਹੀਂ ਨਿਯੁਕਤ ਕਰਨਾ। ਆਮ ਆਦਮੀ ਪਾਰਟੀ ਦਾ ਲਗਾਤਾਰ ਨਾ ਕਲੈਸ਼ ਹੋ ਰਿਹਾ ਸੈਂਟਰ ਐਡਮਿਨਿਸਟ੍ਰੇਟਿਵ ਨਾਲ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਉਹ ਕਲੈਸ਼ ਬਹੁਤ ਵੱਧਦਾ ਜਾ ਰਿਹਾ। ਇਹ ਕਲੈਸ਼ ਇਸ ਕਰਕੇ ਵੀ ਹੈ ਕਿ ਆਮ ਆਦਮੀ ਪਾਰਟੀ ਅਰਵਿੰਦ ਕੇਜਰੀਵਾਲ ਜਿਹੜੇ ਕਨਵੀਨਰ ਨੇ ਉਹਨਾਂ ਦੀ ਪਹਿਲਾਂ ਤੋਂ ਹੀ ਸੈਂਟਰ ਦੇ ਨਾਲ ਬਣੀ, ਜਾਂ ਕਹਿ ਲਓ ਕਿ ਸੈਂਟਰ ਜਿਹੜੀ ਆ ਉਹ ਕਹਿੰਦੀ ਆ ਕਿ ਬਣੀ ਨਾ ਜਾਵੇ, ਜਾਂ ਫਿਰ ਉਹਦਾ ਕੁਝ ਹੋਰ ਹੀ ਇਰਾਦਾ ਆ, ਇਸ ਕਰਕੇ ਵੀ ਇਹ ਚੀਜ਼ਾਂ ਹੋ ਸਕਦੀਆਂ ਨੇ। ਪਰ ਲਗਾਤਾਰ ਇਹ ਕਲੈਸ਼ ਜਾਰੀ ਹੈ। ਡੇਟਸ ਨੂੰ ਲੈ ਕੇ ਜਿਹੜਾ ਵਿਸ਼ੇਸ਼ ਇਜਲਾਸ ਬੁਲਾਇਆ ਗਿਆ, ਉਸ ਨੂੰ ਪਹਿਲਾਂ ਕਲੈਸ਼ ਹੋਇਆ, ਫਿਰ ਕਹਿੰਦੇ ਏਜੰਡਾ ਭੇਜੋ ਕੀ ਹੈਗਾ। ਹਾਂਜੀ, ਫਿਰ ਉਸ ਤੋਂ ਬਾਅਦ ਤੁਸੀਂ ਉਹ ਦੇਖ ਲਓ ਵੀ 에ਅਰਫੋਰਸ ਡੇ ਸੀਗਾ ਤੇ ਮਾਨ ਸਾਹਿਬ ਕਹਿੰਦੇ ਜੀ ਬਿਨਾਂ ਦੱਸੇ ਹੀ ਚਲੇ ਗਏ, ਉਹਨੂੰ ਲੈ ਕੇ ਕਲੈਸ਼। ਔਰ ਤੁਸੀਂ ਦੇਖੋ ਕਿ ਗਵਰਨਰ ਸਾਹਿਬ ਕਈ ਥਾਂ ਦੇ ਉੱਤੇ ਇੱਦਾਂ ਵੀ ਗੱਲ ਬਣੀ ਕਿ ਖਾਸ ਤੌਰ ਤੇ ਇਨਪੁਟਸ ਦੇ ਰਹੇ ਨੇ ਐਡਮਿਨਿਸਟ੍ਰੇਸ਼ਨ ਦੇ ਵਿੱਚ, ਜਿਹਨੂੰ ਆਪਾਂ ਸਿੱਧੀ ਤਰ੍ਹਾਂ ਤੇ ਕਹੀਏ ਕਿ ਦਖਲ ਅੰਦਾਜ਼ੀ ਹੋ ਰਹੀ ਹੈ। ਠੀਕ ਹੈ ਨਾ, ਉਹ ਕਹਿੰਦੇ ਨੇ ਕਿ ਉਹ ਕਿਉਂਕਿ ਸੈਂਟਰ ਵੱਲੋਂ ਨੇ, ਇਸ ਕਰਕੇ ਸੈਂਟਰ ਦੇ ਕਹੇ ਦੇ ਉੱਤੇ, BJP ਦੇ ਕਹੇ ਦੇ ਉੱਤੇ ਦਖਲ ਅੰਦਾਜ਼ੀ ਦਿੰਦੇ ਨੇ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ। ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਰਹਿ ਗਿਆ। ਇਹ ਜਿਹੜੇ ਅਹੁਦੇ ਹੁੰਦੇ ਨੇ, ਜਿਹੜੇ ਐਡਮਿਨਿਸਟ੍ਰੇਟਿਵ ਅਹੁਦੇ ਆ, ਰਾਜਪਾਲ, ਹੁਣ ਤੁਸੀਂ ਦੇਖੋ ਕਿ ਕਿਰਨ ਜਿਹੜਾ ਆਪਾਂ ਕਹਿੰਦੇ ਆ ਵੀ ਜਿਹੜੀ IPS ਆਫੀਸਰ ਸੀਗੇ ਕਿਰਨ ਹੁਣੀ, ਹਾਂਜੀ, ਉਹਨਾਂ ਨੂੰ ਪਹਿਲਾਂ ਤੁਸੀਂ ਕਿਤੇ ਚੋਣ ਲੜਾਉਂਦੇ ਆ, ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਕਿਤੇ ਗਵਰਨਰ ਬਣਾ ਦਿੰਦੇ ਹੋ, ਤੇ ਉਹ ਵੀ ਜਿਹੜੀ ਆ ਨਾ ਵੀ ਚੀਜ਼ਾਂ ਨਹੀਂ ਹੈਗੀਆਂ। ਗਵਰਨਰ ਦੇਖੋ ਜਦੋਂ ਨਵੀਂ ਸਰਕਾਰ ਆਉਂਦੀ ਹੈ ਗਵਰਨਰ ਚੇਂਜ ਹੋ ਜਾਂਦੇ ਆ, ਇਹ ਐਡਮਿਨਿਸਟ੍ਰੇਟਿਵ ਆਪਣੇ ਹਿਸਾਬ ਨਾਲ ਲਾਉਂਦੇ ਆ, ਉਹ ਇਹ ਨੁਮਾਇੰਦਾ ਕਿਉਂਕਿ ਸੈਂਟਰ ਦਾ ਅਸੀਂ ਕਹਿੰਦੇ ਆ। ਪਰ ਇਹ ਕਲੈਸ਼ ਹੋਣਾ ਵੀ ਮਾੜੀ ਗੱਲ ਆ, ਸਟੇਟ ਨੂੰ ਸਟੇਟ ਸਮਝਣਾ ਚਾਹੀਦਾ। ਜਿਹੜੇ ਬਨਵਾਰੀ ਲਾਲ ਪੁਰੋਹਿਤ ਆ ਉਹ ਵੀ ਬੜਾ ਆਪਾਂ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਕਿ ਉਹ ਬਹੁਤ ਨੁਕਤਾਚੀਨੀ ਕਰਦੇ ਆ ਨਾ। ਸਿਆਣਾ ਬੰਦਾ ਜਿਹੜਾ ਹੁੰਦਾ ਨਾ ਉਹ ਸਿਰਫ ਤੇ ਸਿਰਫ ਕੰਮ ਕਰਦਾ, ਤੇ ਫਿਰ ਜਦੋਂ ਹੁਣ ਕਿਉਂਕਿ ਆਪਾਂ ਕਹਿੰਦੇ ਨੇ ਵੀ ਲਾਅ ਐਂਡ ਆਰਡਰ ਦੀ ਗੱਲ ਕਰਦਾ, ਕ੍ਰਾਈਸਿਸ ਦੀ, ਹੁਣ ਬਾਕੀ ਵੀ ਤਾਂ ਗਵਰਨਰ ਰਹੇ ਨੇ, ਇਹ ਅਨੋਖੇ ਗਵਰਨਰ ਤਾਂ ਆਏ ਨਹੀਂਗੇ। ਚਲੋ ਆਪਾਂ ਮੁੜ ਕੇ ਖਬਰ ਤੇ ਆ ਜਾਂਦੇ ਹਾਂ ਵੀ ਗੁਰਪ੍ਰੀਤ ਸਿੰਘ ਹੁਣਾਂ ਦਾ ਨਾਮ ਜਿਹੜਾ ਸੀਗਾ, ਜਿਹੜੇ ਹਾਰਟ ਸਪੈਸ਼ਲਿਸਟ ਆ, ਉਹਨਾਂ ਦਾ ਨਾਮ ਮੰਨੇ ਪਰਮੰਨੇ ਹਾਰਟ ਸਪੈਸ਼ਲਿਸਟ ਨੇ ਗੁਰਪ੍ਰੀਤ ਹੁਣੀ, ਉਹਨਾਂ ਦਾ ਨਾਮ ਭੇਜਿਆ ਗਿਆ ਸੀਗਾ। ਪਰ ਕਹਿੰਦੇ ਨਾ ਵੀ ਗਵਰਨਰ ਸਾਹਿਬ ਕਹਿੰਦੇ ਵੀ 3 ਨਾ ਹੋਰ ਭੇਜੋ, 3 ਭੇਜੋ ਤੁਸੀਂ ਇਕੱਲੇ, ਜੇ ਜ਼ਿਆਦਾ ਨਹੀਂ ਭੇਜ ਸਕਦੇ ਤਾਂ ਉਹਦੇ 'ਚ ਮੈਂ ਚੋਇਸ ਕਰੂੰਗਾ। ਪਹਿਲੀਆਂ ਨਿਯੁਕਤੀਆਂ ਕਦੇ ਮੈਂ ਇਹ ਸੁਣੀ ਨਹੀਂ ਵੀ ਗਵਰਨਰ ਸਾਹਿਬ ਕਹਿਣ ਜੀ ਨਹੀਂ,
ਕਿਉਂਕਿ ਇਹ ਤਾਂ ਸਾਨੂੰ ਪਤਾ ਹੀ ਹੁੰਦਾ ਵੀ ਜਿਹੜੀ ਸਰਕਾਰ ਆ ਬਈ ਉਹਨੇ ਆਪਣਾ ਤਾਂ ਰਸੂਖ ਦਿਖਾਉਣਾ ਹੀ ਆ ਨਾ, ਉਹਨੇ ਤਾਂ ਜਿਹੜਾ ਪੁਆਇੰਟ ਕਰਨਾ ਉਹਨੇ ਉਹੀ ਤਾਂ ਪੁਆਇੰਟ ਕਰਨਾ ਹੀ ਆ। ਇਹ ਨਾਲੇ ਕਿੰਨਾ ਕੁ ਇਹਨਾਂ ਜਿੱਥੇ ਬੀਜੇਪੀ ਦੀਆਂ ਸਰਕਾਰਾਂ ਉੱਥੇ ਕਿੰਨੇ ਕੁ ਗਵਰਨਰ ਨੂੰ ਪੁੱਛਿਆ ਜਾਂਦਾ, ਉੱਥੇ ਵੀ ਸਿੰਗਲ ਨੇਮ ਜਾਂਦਾ, ਸਿੰਗਲ ਨੇਮ ਤੇ ਸਾਈਨ ਰੁਕਿਆ ਜਾਂਦੇ ਆ। ਰੀਅਲੀ ਮਤਲਬ ਇਹ ਚੀਜ਼ ਉਦੋਂ ਵੀ ਹੋਈ ਸੀਗੀ, ਅੱਜ ਤੋਂ 36000 ਪੱਕੇ ਕਰਨੇ ਸੀ। ਗਵਰਨਰ ਹੁਣੀ ਚਾਹੁੰਦੇ ਤਾਂ 36000 ਜਿਹੜੇ ਮੁਲਾਜ਼ਮ ਸੀਗੇ ਉਹ ਸਾਈਨ ਕਰ ਦਿੰਦੇ, ਘੁੱਗੀ ਮਾਰ ਦਿੰਦੇ, ਪੱਕੇ ਹੋ ਜਾਣੇ ਸੀਗੇ। ਜੀ 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 ਹੁਣ ਵੀ ਇਹਨਾਂ ਨੇ ਪੰਗਾ ਪਾ ਲਿਆ। ਉਹ ਕਹਿੰਦੇ ਜੀ ਕਿੱਥੇ ਇਹ ਬੀਜੇਪੀ ਜਿਹੜੀ ਆ, ਜਿਹੜਾ ਇਹ ਪਰਚੰਡ ਜਿਹਨੂੰ ਅਸੀਂ ਕਹਿੰਦੇ ਆ ਵੀ ਹੁਣ ਲਹਿਰਾਉਣਾ, ਅਸੀਂ ਜਿਹੜਾ ਆਪਾਂ ਭੱਵਾਂ ਕਰਨ ਕਹਿੰਦੇ ਆ, ਉਹ ਕਰਨਾ ਹੀ ਕਰਨਾ ਅਸੀਂ। ਗੱਲ ਇਹ ਹੈ ਕਿ ਇਸ ਵੇਲੇ ਜਿਹੜੇ ਵੀ ਲੋਕ ਪੰਜਾਬ ਵਿੱਚ ਜਾਂ ਭਾਰਤ ਵਿੱਚ ਥੋੜੀ ਬਹੁਤ ਵੀ ਸਮਝ ਰੱਖਦੇ ਨੇ, ਉਹਨਾਂ ਸਭ ਨੂੰ ਸਮਝ ਆ ਚੁੱਕੀ ਹੈ ਇਹ ਕੀ ਖੇਡ ਚੱਲਦੀ ਪਈ ਹੈ, ਸਭ ਨੂੰ ਸਮਝ ਆ ਚੁੱਕੀ ਹੈ। ਮਤਲਬ ਤੁਸੀਂ ਕਹੋ ਨਾ, ਇੱਕ ਨੰਗਾ ਸੱਚ ਹੈ ਜੋ ਸਭ ਦੀਆਂ ਅੱਖਾਂ ਦੇ ਸਾਹਮਣੇ ਹੈ। ਹੁਣ ਕੁਝ ਵੀ ਲੁਕਿਆ ਹੋਇਆ ਨਹੀਂ, ਕੁਝ ਵੀ ਛੁਪਿਆ ਹੋਇਆ ਨਹੀਂ, ਸਭ ਨੂੰ ਪਤਾ ਹੈ ਏਜੰਡਾ ਕੀ ਚੱਲਦਾ ਪਿਆ, ਸਭ ਨੂੰ ਪਤਾ ਹੈ ਏਜੰਡਾ ਕੀ ਹੈ। ਐਵਰੀਬਾਡੀ ਨੋਜ਼। ਹੁਣ ਪੰਜਾਬ ਦੀ ਜੇ ਆਪਾਂ ਗੱਲ ਕਰੀਏ, ਕਿਸ ਪੁਆਇੰਟ ਦੇ ਉੱਤੇ ਨਹੀਂ ਰੋਕਿਆ ਜਾਂਦਾ? ਪੰਜਾਬ ਯੂਨੀਵਰਸਿਟੀ, ਵਿਧਾਨ ਸਭਾ, ਹਾਈ ਕੋਰਟ, SYL ਮੁੱਦਾ, ਕਿਸਾਨਾਂ ਦੀ ਜਿਹੜੀ ਕਮੇਟੀ ਬਣੀ ਉੱਚੋਂ ਪੰਜਾਬ ਬਾਹਰ, ਠੀਕ ਆ। ਹੁਣ ਹਾਈ ਕੋਰਟ ਨੇ, ਸੁਪਰੀਮ ਕੋਰਟ ਨੇ ਕਿਹਾ ਕਿ ਮਿਲ ਕੇ 14 ਤਰੀਕ ਨੂੰ SYL ਮੁੱਦੇ ਦੇ ਉੱਤੇ ਦੋਵੇਂ CM ਮਿਲਣ, ਗੱਲਬਾਤ ਕਰਕੇ ਨਿਬੇੜੋ। ਸਾਨੂੰ ਪਤਾ ਨਹੀਂ ਨਿਬੜਨਾ, ਸਾਨੂੰ ਪਤਾ ਮਸਲਾ ਇੱਥੇ ਹੀ ਰਹਿਣਾ। ਇੱਕ ਮੀਟਿੰਗ ਹੋ ਜਾਣੀ ਹੈ, ਇਸ ਮੀਟਿੰਗ 'ਚ ਕੀ ਹੋਏਗਾ? ਉਹੀ ਗੱਲਾਂ, ਉਹੀ ਬਾਤਾਂ, ਉਹੀ ਅਸੀਂ ਨਿਊਜ਼ ਇਹੀ ਮਿਲੇਗੀ। ਹਾਈਪ ਵੀ ਦੇਣੀ ਇਹਨਾਂ ਨੇ ਕਿਉਂਕਿ ਇਲੈਕਸ਼ਨਸ ਨੇ। ਨਿਊਜ਼ ਇਹ ਆਏਗੀ ਕਿ ਕੋਈ ਮਸਲਾ ਹੱਲ ਨਹੀਂ ਹੋਇਆ। ਮਤਲਬ ਪੰਜਾਬ ਨੂੰ ਘੇਰਨਾ ਕਿਵੇਂ ਹੈ ਜੇ ਸਾਰੇ ਮਸਲੇ ਹੱਲ ਕਰ ਲਏ? ਪੰਜਾਬ ਦੇ ਵਿੱਚ ਅਸੀਂ ਆਪਣਾ ਅਸਲ ਰਸੂਖ, ਆਪਣੇ ਆਪ ਨੂੰ ਪੱਕੇ ਪੈਰੀ ਸਥਾਪਿਤ ਕਿਵੇਂ ਕਰਨਾ ਜੇ ਪੰਜਾਬ ਦੇ ਮਸਲੇ ਹੱਲ ਹੋ ਗਏ? ਸੋ ਇਹੀ ਚੀਜ਼ ਹਮੇਸ਼ਾ ਰਹੀ, ਕੰਟਰੋਲ ਕਰਨਾ। ਕਿੰਨੇ ਮੁੱਦੇ ਨੇ ਜਿਹੜੇ ਹੱਲ ਹੋਏ ਨੇ? ਜੇ ਪੰਜਾਬੀ ਭਾਸ਼ਾ ਦੀ ਗੱਲ ਕਰੋ, ਉਹ ਮੁੱਦਾ ਉੱਥੇ ਹੀ ਖੜ੍ਹਾ ਹੈ। ਜੇ ਪੰਜਾਬ ਨੂੰ ਉਸ ਹਿੰਦੀ ਬੋਲਦੇ ਸੂਬਿਆਂ ਦੀ ਗੱਲ ਕਰੋ, ਉਹ ਮੁੱਦਾ ਉੱਥੇ ਹੀ ਖੜ੍ਹਾ ਹੈ। ਜੇ ਚੰਡੀਗੜ੍ਹ ਦਾ ਮਸਲਾ ਕਹੋ, ਉਹ ਮੁੱਦਾ ਉੱਥੇ ਹੀ ਖੜ੍ਹਾ ਹੈ। ਮੁੱਦੇ ਨਵੇਂ ਪੈਦਾ ਹੋ ਰਹੇ ਨੇ, ਪੁਰਾਣੇ ਤਾਂ ਹੱਲ ਹੋ ਹੀ ਨਹੀਂ ਰਹੇ। ਸੋ ਇਹ ਵੀ ਇੱਕ ਮੁੱਦਾ, ਹੁਣ VC ਦੀ ਨਿਯੁਕਤੀ, ਇਹ ਵੀ ਇੱਕ ਮੁੱਦਾ ਹੈ। ਸੋ ਇੱਕ ਹੋਰ ਨਵਾਂ ਮੁੱਦਾ ਖੜਾ ਹੋ ਜਾਏਗਾ। ਔਰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ, ਜਿਹੜਾ ਵਿਸ਼ੇਸ਼ ਇਜਲਾਸ ਬੁਲਾਇਆ, ਇਹ ਵੀ ਇੱਕ ਮੁੱਦਾ ਬਣ ਗਿਆ, ਇਸ਼ੂ ਬਣ ਗਿਆ। ਇਹ ਕੋਈ ਇਸ਼ੂ ਥੋੜ੍ਹਾ ਬਣ ਗਿਆ, ਬਣਾ ਦਿੱਤਾ ਗਿਆ। ਹੁਣ ਪਤਾ ਨਹੀਂ ਹਜੇ ਹੋਰ ਕਿੰਨੇ ਕੁ ਇਸ਼ੂ ਬਣਨੇ ਨੇ। ਸੋ ਗੱਲ ਇਹੀ ਆ ਕਿ ਤੁਸੀਂ ਆਪਣੀ ਸੱਤਾ ਕਾਇਮ ਕਰਨ ਵਾਸਤੇ, ਆਪਣੇ ਆਪ ਨੂੰ ਸਥਾਪਿਤ ਕਰਨ ਵਾਸਤੇ ਕੀ ਸਟੈਪ ਲੈ ਰਹੇ ਹੋ। ਜੇ ਸਿੱਧੀਆਂ ਚੋਣਾਂ ਨਹੀਂ ਜਿੱਤ ਸਕਦੇ ਤਾਂ ਜਿਮਨੀ ਚੋਣਾਂ ਕਰਵਾ ਦਿਓ ਜੀ। ਕਿੱਥੋਂ ਕਿਹਨੂੰ ਤੋੜਨਾ ਹੈ, ਕਿਹਨੂੰ ਆਪਣੇ ਵੱਲ ਲੈ ਕੇ ਆਉਣਾ ਹੈ, ਕਿਹੜੀ ਸਰਕਾਰ ਡੇਗਣੀ ਹੈ, ਕਿਹੜੀ ਸਰਕਾਰ ਬਣਾਉਣੀ ਹੈ, ਇਹੀ ਚੱਲੀ ਜਾਂਦਾ। ਤੁਹਾਡੇ ਸਿਲੇਬਸ 'ਚ ਦੇਸ਼ ਹੈ ਕਿ ਨਹੀਂ ਹੈ, ਦੇਸ਼ਵਾਸੀ ਹੈਗੇ ਨੇ ਕਿ ਨਹੀਂ ਹੈਗੇ, ਇਹ ਪਤਾ ਨਹੀਂ ਸਿਲੇਬਸ ਕਿਹੜਾ। ਅਸਲ ਮੁੱਦਾ ਸੱਚੀ ਗੱਲ ਆ ਵੀ ਉਹ ਅਸਲ ਮੁੱਦਾ ਤੇ ਗਾਇਬ ਹੀ ਆ। ਅਸਲੀ ਮੁੱਦਾ ਤਾਂ ਹੈ ਹੀ ਨਹੀਂ। ਅਸੀਂ ਜਿਹੜੀਆਂ ਗੱਲਾਂ ਡਿਸਕਸ ਕਰਦੇ ਆ, ਪਹਿਲਾਂ ਤੁਸੀਂ ਦੇਖਿਆ ਹੋਣਾ ਮਹਾਕਾਲ ਦੀ ਪੂਜਾ, ਕਹਿੰਦੇ ਜੀ, ਅੱਜ ਖਬਰ ਮੈਂ ਪੜ੍ਹਦਾ ਸੀ, ਕਹਿੰਦੇ ਜੀ 14 ਦੇਸ਼ਾਂ 'ਚ ਲਾਈਵ ਦੇਖੀ ਗਈ। ਕੀਤੀ ਤੁਸੀਂ ਪੂਜਾ, ਚਲੋ ਠੀਕ ਹੈ, ਧਰਮ ਇੱਕ ਨਿੱਜੀ ਵਿਸ਼ਾ ਆ। ਤੁਸੀਂ ਜਿਹੜੇ ਆਪਾਂ ਕਹਿੰਦੇ ਆ ਵੀ ਇਹਨਾਂ ਵਿਸ਼ਿਆਂ ਤੋਂ ਹਟ ਕੇ ਜਿਹੜੇ ਜੀਵਨੀ ਮੁੱਦੇ ਨੇ, ਜਿਹਨੂੰ ਹੈਲਥ ਕਹਿੰਦੇ ਆ, ਟਰਾਂਸਪੋਰਟ ਕਹਿੰਦੇ ਆ, ਜਿਹੜੀ ਤੁਸੀਂ ਕਹਿੰਦੇ ਆ ਕਿ ਅਸੀਂ ਬੜੇ ਡਾਲਰਾਂ ਦੀ, ਟ੍ਰਿਲੀਅਨ ਡਾਲਰਾਂ ਦੀ ਜਿਹੜੀ ਬਣਾ ਦੇਣੀ ਇਕਨੋਮੀ, ਉਹਦੇ ਤੇ ਕੰਮ ਕਰੋ ਨਾ। ਜੋ ਅਸਲੀ ਮੁੱਦਾ ਹੈ ਉਹਦੀ ਤਾਂ ਡਿਸਕਸ਼ਨ ਹੀ ਨਹੀਂ ਹੈਗੀ। ਵਾਕਈ ਅਸਲੀ ਗੱਲ ਤਾਂ ਹੋ ਹੀ ਨਹੀਂ ਰਹੀ। ਜਿਹੜੀਆਂ ਆਪਾਂ ਵੀ ਡਿਸਕਸ਼ਨਸ ਕਰਦੇ ਪਏ ਹਾਂ, ਇਹਦਾ ਦੇਸ਼ ਦੀ ਬਣਤਰ ਨਾਲ, ਦੇਸ਼ ਦੀ ਭਲਾਈ ਨਾਲ, ਲੋਕਾਂ ਦੇ ਭਵਿੱਖ ਨਾਲ, ਲੋਕਾਂ ਦੀ ਭਲਾਈ ਨਾਲ, ਸਟੇਟ ਵੈਲਫੇਅਰ ਨਾਲ ਕੋਈ ਸੰਬੰਧ ਹੈ? ਦੂਰ ਦੂਰ ਤੱਕ ਸੰਬੰਧ ਨਹੀਂ ਹੈਗਾ। ਔਰ ਜਿਸ ਚੀਜ਼ ਦਾ ਸੰਬੰਧ ਹੈ ਉਹ ਕਿਤੇ ਪੋਲੀਟੀਕਲ ਵਿਲ ਨਜ਼ਰ ਨਹੀਂ ਆਉਂਦੀ, ਕੋਈ ਪੋਲੀਟੀਕਲ ਐਕਟੀਵਿਟੀ ਨਜ਼ਰ ਨਹੀਂ ਆਉਂਦੀ, ਕੋਈ ਐਡਮਿਨਿਸਟ੍ਰੇਸ਼ਨ ਦੇ ਵਿੱਚ ਹਲਚਲ ਮਹਿਸੂਸ ਨਹੀਂ ਹੁੰਦੀ, ਉਹਦੀ ਡਿਸਕਸ਼ਨ ਕੀ ਕਰੀਏ? ਵਾਕਈ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਹੈ। ਠੀਕ ਹੈ ਨਾ, ਅੱਗੇ ਚੱਲਦੇ ਹਾਂ ਜੀ। ਅਗਲੀ ਨਿਊਜ਼ ਲੈਂਦੇ ਹਾਂ। ਹੁਣ ਕਪੜਾ ਵਪਾਰੀ, ਉਹਦਾ ਸਰੇਆਮ ਕਤਲ ਕਰ ਦਿੱਤਾ ਗਿਆ ਤਰਨਤਾਰਨ ਦੇ ਵਿੱਚ। ਵਾਕਈ ਸੰਜੀਵ ਜੀ, ਤੁਸੀਂ ਗੱਲ ਬਿਲਕੁਲ ਦਰੁਸਤ ਕਹੀ ਆ। ਸਾਨੂੰ ਸਾਰਿਆਂ ਨੂੰ ਪਤਾ ਕਿ ਕੱਲ ਸ਼ਾਮ ਨੂੰ ਆਪਾਂ ਨੂੰ ਖਬਰ ਆਉਂਦੀ ਆ ਵੀ ਤਰਨਤਾਰਨ ਦਾ ਪਿੰਡ ਪੱਟੀ, ਉਹਦੇ ਲਾਗੇ ਇੱਕ ਪਿੰਡ ਜਿਹੜਾ ਦੀਨਾਪੁਰ ਆ, ਉੱਥੇ ਦੁਕਾਨ ਆ ਕਿਸੇ ਦੀ, ਗੁਰਜੰਟ ਸਿੰਘ ਜੰਟਾ ਮੁੰਡੇ ਦਾ ਨਾਂ ਆ, ਰੈਡੀਮੇਡ ਕੱਪੜਿਆਂ ਦੀ ਦੁਕਾਨ ਆ, ਉੱਥੇ ਉਹਦਾ ਕਤਲ ਹੋ ਜਾਂਦਾ, ਸ਼ਰੇਆਮ ਕਤਲ ਹੁੰਦਾ। ਕਤਲ ਦੀ ਵਾਰਦਾਤ CCTV 'ਚ ਕੈਦ ਹੁੰਦੀ, ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਣੀ ਸ਼ੁਰੂ ਹੋ ਜਾਂਦੀ ਆ। ਲੋਕਾਂ ਦੇ ਵਿੱਚ ਖੌਫ ਆ ਜਾਂਦਾ ਵੀ ਕਤਲ ਹੋਇਆ ਕਿੱਦਾਂ, ਕਿਉਂਕਿ ਦਿਨ ਦਿਹਾੜੇ ਕਤਲ ਕਿੱਦਾਂ ਕੋਈ ਕਰ ਸਕਦਾ। ਕਤਲ ਹੋ ਗਿਆ। ਫਿਰ ਉਸ ਤੋਂ ਬਾਅਦ ਲੰਡਾ ਹਰੀਕੇ ਨੇ ਜਿਹੜਾ ਆ, ਉਹ ਆਪਣੇ ਫੇਸਬੁੱਕ ਪੇਜ, ਉਹਨਾਂ ਦਾ ਲੰਡਾ ਹਰੀਕੇ ਆ ਜਿਹੜਾ ਗੈਂਗਸਟਰ ਲੰਡਾ ਆ, ਉਹਨੇ ਉੱਥੇ ਜਾ ਕੇ ਪੋਸਟ ਪਾ ਦਿੱਤੀ ਤੇ ਜ਼ਿੰਮੇਵਾਰੀ ਲੈ ਲਈ। ਫਿਰ ਪਤਾ ਲੱਗਿਆ ਕਿ ਮਾਮਲਾ ਇਹ ਸੀ ਕਿ ਉਹਨਾਂ ਦੀ ਆਪ ਦੀ ਕੋਈ ਪਰਿਵਾਰਾਂ ਦੀ ਦੁਸ਼ਮਣੀ ਸੀਗੀ। ਅਰਸ਼ਦੀਪ ਉਹਨਾਂ ਦੇ ਕਿਸੇ ਰਿਸ਼ਤੇਦਾਰ ਦਾ ਨਾਮ ਹੈ, ਉਹਨੇ ਸਫਾਰੀ ਦਿੱਤੀ ਤੇ ਉਸ ਤੋਂ ਬਾਅਦ ਸ਼ਰੇਆਮ ਕਤਲ ਹੋ ਗਿਆ। ਪੰਜਾਬ ਨੂੰ ਅਸੀਂ ਕਹਿੰਦੇ ਆ ਕਿ ਇਹ ਪੰਜਾਬ ਉਹ ਪੰਜਾਬ ਆ ਜਿਹੜਾ ਗੁਰੂਆਂ ਪੀਰਾਂ ਦੀ ਧਰਤੀ ਹੈ, ਪਰ ਪਿਛਲੇ ਕੁਝ ਦਿਨਾਂ ਦੇ ਵਿੱਚੋਂ ਮੈਂ ਬਾਰ-ਬਾਰ ਕਹਿਣਾ ਸੀ ਵੀ
ਅੰਮ੍ਰਿਤਸਰ ਦਾ ਉਹ ਇਲਾਕਾ ਜਿੱਥੇ ਸਾਡੇ ਕੋਲੇ ਵੀਡੀਓਜ਼ ਵਾਇਰਲ ਹੁੰਦੀਆਂ ਸੀ। ਫਿਰ ਉਸ ਤੋਂ ਬਾਅਦ ਗੈਂਗਸਟਰਾਂ ਦੀ ਇੱਥੇ ਗੈਂਗਵਾਰ ਹੋਣੀ, ਸੰਦੀਪ ਨੰਗਲ ਅੰਬੀਆਂ ਦਾ ਕਤਲ ਹੋਣਾ, ਸਿੱਧੂ ਮੂਸੇਵਾਲਾ, ਫਿਰ ਸਾਡੇ 에ਅਰਬੇਸ ਤੱਕ ਲੋਕਾਂ ਦਾ ਪਹੁੰਚ ਜਾਣਾ ਅੱਤਵਾਦੀਆਂ ਦਾ। ਇਹ ਪੰਜਾਬ ਉਹ ਪੰਜਾਬ ਨਹੀਂ ਰਹਿ ਗਿਆ। ਡਰ ਦਾ ਮਾਹੌਲ ਬੜਾ ਜਿਹੜਾ ਹੈ ਨਾ ਇਹਦੇ ਵਿੱਚ ਕਰ ਦਿੱਤਾ, ਔਰ ਦਿਨ ਦਿਹਾੜੇ ਕਤਲ ਹੋਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਤੁਸੀਂ ਦੇਖੋ ਨਾ, ਮੈਂ ਇਹ ਨਹੀਂ ਸਮਝ ਪਾ ਰਿਹਾ, ਮਤਲਬ ਬੰਦਾ ਸੁਰੱਖਿਅਤ ਕਿਤੇ ਹੈ, ਕਿੱਥੇ ਵੀ ਸੁਰੱਖਿਅਤ ਨਹੀਂ ਹੈ। ਔਰ ਇਹ ਗੈਂਗਸਟਰ ਜਿਹੜਾ ਹੈ, ਤੁਹਾਨੂੰ ਇਹ ਦੱਸਾਂ ਮੈਂ, ਇਹ ਵੀ ਕੈਨੇਡਾ ਬੇਸ ਗੈਂਗਸਟਰ ਹੈ। ਉੱਥੋਂ ਇਹ ਸਿਸਟਮ ਚਲਾ ਦਿੰਦੇ ਆ, ਅਸੀਂ ਸੇਫ ਆ, ਇੱਥੋਂ ਬੰਦੇ ਹਾਇਰ ਕੀਤੇ ਹੋਏ, ਸ਼ੂਟਰ ਹਾਇਰ ਕੀਤੇ ਆ, ਸੁੱਧੀਆਂ ਜਾਂਦੀਆਂ ਫਿਰੌਤੀਆਂ ਤੇ ਸੁੱਧੀਆਂ ਆਉਂਦੀਆਂ। ਔਰ ਉਹਨਾਂ ਦੀ ਫੰਡਿੰਗ ਕਿੱਥੋਂ ਹੁੰਦੀ, ਜਿਹੜੇ ਨਸ਼ੇ ਡਰੱਗਸ ਮਨੀ ਜਾਂ ਫਿਰ ਜਿਹੜੀ ਫਿਰੌਤੀਆਂ ਲਿੱਤੀਆਂ ਜਾਂਦੀਆਂ ਨੇ, ਉਹ ਨਾਲ ਸਾਰੀਆਂ ਪੇਮੈਂਟਸ ਹੁੰਦੀਆਂ ਨੇ ਇਲੀਗਲ ਜੀ। ਸੋ ਗੱਲ ਤਾਂ ਇਹੀ ਹੈ ਕਿ ਇਹੀ ਆਪਸ ਦੀ ਲਾਗਤਬਾਜ਼ੀ, ਕਿਸੇ ਨੇ ਹਾਇਰ ਕੀਤਾ, ਇਹਨਾਂ ਦੇ ਦੁਸ਼ਮਣ ਨੇ ਹਾਇਰ ਕੀਤਾ ਕਿ ਮੇਰੇ ਦੁਸ਼ਮਣ ਨੂੰ ਮੁਕਾ ਦਿਓ, ਉਹਨਾਂ ਨੇ ਪ੍ਰੋਫੈਸ਼ਨਲ ਕਿਲਰਸ ਹੈਗੇ ਨੇ, ਪੈਸੇ ਲਿੱਤੇ ਮਾਰ ਦਿੱਤਾ, ਜਾਂ ਫਿਰ ਕੋਈ ਡਿਮਾਂਡ ਹੋਏਗੀ ਔਰ ਉਸ ਕਾਰਨ ਮਾਰਿਆ ਗਿਆ, ਕੁਝ ਵੀ ਹੈ ਵਾਟਐਵਰ। ਲੇਕਿਨ ਇਹ ਹੈ ਕਿ ਹੁਣ ਦੇਖੋ, ਤੁਸੀਂ ਆਪਣਾ ਬਿਜ਼ਨਸ ਐਸਟੈਬਲਿਸ਼ ਕਰਦੇ ਹੋ, ਇੰਨੀ ਮਿਹਨਤ ਤੋਂ ਬਾਅਦ ਐਸਟੈਬਲਿਸ਼ ਕਰਦੇ ਹੋ, ਔਰ ਉਸ ਤੋਂ ਬਾਅਦ ਤੁਹਾਨੂੰ ਅਚਾਨਕ ਇੱਕ ਦਿਨ ਫੋਨ ਆਉਂਦਾ ਹੈ, ਬੜਾ ਪੈਸਾ ਕਮਾ ਰਹੇ ਹੋ, ਫਿਰ ਸਾਡਾ ਹਿੱਸਾ, ਵਾਕਈ ਅੱਗੇ ਬਿਜ਼ਨਸ ਕਰਨਾ ਕਿ ਨਹੀਂ ਕਰਨਾ, ਫੈਮਿਲੀ ਦੀ ਸਲਾਮਤੀ ਚਾਹੁੰਦੇ ਹੋ ਕਿ ਨਹੀਂ, ਜਿਉਣਾ ਚਾਹੁੰਦੇ ਹੋ ਕਿ ਨਹੀਂ, ਪੰਜਾਬ ਵਿੱਚ ਰਹਿਣਾ, ਭਾਰਤ ਵਿੱਚ ਰਹਿਣਾ, ਦੱਸੋ। ਇੰਨੀ ਮਿਹਨਤ ਕਰਕੇ ਇਸ ਬੰਦਾ ਨਾਲ ਐਸਟੈਬਲਿਸ਼ ਹੋਇਆ, ਇੱਕ ਫੋਨ ਨੇ ਸਭ ਡਿਸਟਰਬ ਕਰਕੇ ਰੱਖਤਾ। ਜੇ ਉਹਨਾਂ ਦਾ ਕਹਿਣਾ ਮੰਨੇ ਤਾਂ ਠੀਕ, ਜੇ ਨਾ ਮੰਨੇ ਤਾਂ ਗੋਲੀ ਆਈ ਹੈ। ਅੱਛਾ, ਇਹੀ ਗੱਲ ਮੈਨੂੰ ਯਾਦ ਆ ਗਈ, ਤਰਨਤਾਰਨ ਦਾ ਕੋਈ ਬਿਜ਼ਨਸਮੈਨ ਸੀਗਾ ਜਿਸ 'ਤੇ ਹਮਲਾ ਵੀ ਹੋ ਗਿਆ ਸੀਗਾ, ਔਰ ਇਹ ਗੈਂਗਸਟਰ ਵੀ ਜਿਹੜੇ ਸੀਗੇ ਉਹ ਬੜੇ ਰਨਾਊਂਡ ਗੈਂਗਸਟਰ ਸੀਗੇ। ਕੋਈ ਕਹਿੰਦਾ ਸੀ ਜੱਗੂ ਭਗਵਾਨਪੁਰੀ ਵਾਲਾ ਦਾ ਕੇਸ ਆ, ਕੋਈ ਕੁਝ ਕਹਿੰਦਾ ਸੀਗਾ। ਗੱਲ ਤਾਂ ਇਹ ਹੈ ਨਾ ਕਿ ਫਿਰ ਰਹਿਣ ਜੋ ਕਿਉਂ ਗਈ ਹੈ ਪੰਜਾਬ ਨੂੰ ਨਾ, ਜਦੋਂ ਲਾਅ ਐਂਡ ਆਰਡਰ ਇਦਾਂ ਦਾ ਹੋ ਜਾਵੇ ਡਰ ਜਾਂਦੇ ਲੋਕ। ਅਸੀਂ ਪਹਿਲਾਂ ਦੇਖਿਆ ਵੀ ਸਿੱਧੂ ਮੂਸੇਵਾਲਾ ਦਾ ਕਤਲ ਹੋਇਆ ਤਾਂ ਹਰ ਕੋਈ ਖੁੱਲ੍ਹ ਕੇ ਬੋਲਣਾ, ਜਾਂ ਬੈਕ ਟੂ ਦਾ ਕੈਮਰਾ ਆ ਜਾਂਦਾ ਸੀਗਾ, ਉਹ ਕਹਿੰਦਾ ਵੀ ਸਾਡਾ ਨਾਂ ਨਾ ਲਿਓ, ਪਰ ਅਸੀਂ ਤੁਹਾਨੂੰ ਦੱਸਦੇ ਤੁਹਾਨੂੰ ਸਾਨੂੰ ਵੀ ਕਾਲਸ ਆਉਂਦੀਆਂ ਨੇ। ਤਾਂ ਤੁਸੀਂ ਹਿਸਾਬ ਲਾ ਲਓ ਕਿੰਨਾ ਡਰ ਅਗਲਿਆਂ ਦੇ ਵਿੱਚ, ਕਿੰਨੀ ਦਹਿਸ਼ਤ ਅਗਲਿਆਂ ਦੇ ਵਿੱਚ, ਸਾਡਾ ਨਾਂ ਨਾ ਦੱਸੋ, ਕਿਉਂਕਿ ਅਗਲਿਆਂ ਨੇ ਬਿਜ਼ਨਸ ਕਰਨਾ ਹੈ। ਔਰ ਸ਼ੋਅ ਬਿਜ਼ ਦੇ ਵਿੱਚ ਆ, ਕੱਲ੍ਹ ਨੂੰ ਕੁਝ ਵੀ ਹੋ ਸਕਦਾ, ਕਿਸੇ ਸ਼ੋਅ ਦੇ ਦੌਰਾਨ ਗੋਲੀ ਵੱਜ ਸਕਦੀ, ਕਿਤੇ ਵੀ ਹੋ ਸਕਦਾ ਕੁਝ। ਯੈਸ, ਔਰ ਕਿਹੜਾ ਵਨ ਟਾਈਮ ਆ, ਮੰਨ ਲਓ ਇੱਕ ਵਾਰੀ ਕੁਝ ਪੈਸਾ ਮੰਗ ਲਿਆ, ਦੇ ਦਿੱਤਾ, ਹੁਣ ਇਹ ਗਰੰਟੀ ਥੋੜਾ ਕਿ ਅਗਲੀ ਵਾਰ ਫੋਨ ਨਹੀਂ ਆਉਣਾ ਹੈਗਾ। ਹੋ ਸਕਦਾ 6 ਮਹੀਨੇ ਬਾਅਦ, ਭਾਜੀ ਜਿੰਨੀ ਜ਼ਿਆਦਾ ਚੜਾਈ ਤੇ ਉਨਾ ਜ਼ਿਆਦਾ ਅਸੀਂ ਕਿਹਾ ਸਰਕਾਰਾਂ ਨੂੰ ਪੁੱਛ ਲਈਏ ਹਾਲ ਚਾਲ ਕੀ ਨੇ, ਫਿਰ ਸਾਡਾ ਹਿੱਸਾ ਪਹੁੰਚਿਆ ਨਹੀਂ। ਅੱਛਾ, ਮੈਨੂੰ ਲੱਗਦਾ ਤੁਸੀਂ ਡਾਇਲੋਗ ਉਹੀ ਬੋਲ ਰਹੇ ਹੋ ਜਿਹੜੇ ਸ਼ਾਇਦ ਫਿਲਮਾਂ ਦੇ ਵਿੱਚ ਆਹੀ ਕੁਝ ਹੁੰਦਾ ਹੈ। ਫਿਲਮਾਂ ਤੋਂ ਸਿੱਖ ਕੇ ਹੀ ਆਉਂਦੇ ਆ, ਜਾਂ ਫਿਰ ਫਿਲਮਾਂ ਉੱਥੋਂ ਸਿੱਖ ਕੇ ਫਿਲਮਾਂ ਬਣਦੀਆਂ ਨੇ। ਇਹ ਚੱਲਦਾ ਤਾਂ ਕਿਤੇ ਨਾ ਕਿਤੇ ਹੈ ਹੀ ਆ, ਵਾਕਈ ਠੀਕ ਹੈ ਨਾ। ਹਿੱਸੇ ਤੈਅ ਹੁੰਦੇ ਨੇ, ਹਿੱਸੇ ਮੰਗੇ ਜਾਂਦੇ ਨੇ, ਔਰ ਕਈ ਵਾਰ ਐਡਮਿਨਿਸਟ੍ਰੇਸ਼ਨ ਵੀ ਇਨਵੋਲਵ ਹੁੰਦੀ ਹੈ। ਕਈ ਵਾਰ ਇਹ ਵੀ ਚੀਜ਼ਾਂ ਸਾਹਮਣੇ ਆਉਂਦੀਆਂ ਨੇ ਕਿ ਕਿਸੇ ਇਲਾਕੇ ਦੇ ਵਿੱਚ ਕੋਈ ਗੈਰ ਕਾਨੂੰਨੀ ਕੰਮ ਹੁੰਦਾ, ਲੇਕਿਨ ਉੱਥੇ ਰੇਡਸ ਨਹੀਂ ਹੁੰਦੇ ਜੀ, ਕਿਉਂਕਿ ਉੱਥੇ ਪਹਿਲਾਂ ਹੀ ਤੈਅ ਹੈ ਪੇਮੈਂਟਸ। ਮਹੀਨਾ ਜਾਂਦਾ ਪਿਆ, ਕੋਈ ਰੇਡ ਨਹੀਂ ਹੋਏਗਾ, ਮਹੀਨਾ ਪਹੁੰਚਦਾ ਪਿਆ, ਉੱਥੇ ਕੋਈ ਰੇਡ ਨਹੀਂ ਹੋਏਗਾ, ਕੋਈ ਤਲਾਸ਼ੀ ਨਹੀਂ ਹੋਏਗੀ, ਕੋਈ ਨਹੀਂ ਫੜਿਆ ਜਾਏਗਾ। ਜਿੱਥੇ ਮਹੀਨਾ ਨਹੀਂ ਪਹੁੰਚਿਆ, ਅਗਲੇ ਦਿਨ ਰੇਡ। ਸੋ ਅਸੀਂ ਸਾਰੇ ਜਾਣਦੇ ਹਾਂ ਜੋ ਸਿਸਟਮ ਦਾ ਹਾਲ ਬਣਾ ਕੇ ਰੱਖਿਆ ਹੋਇਆ ਇਸ ਵਕਤ, ਅਸੀਂ ਸਾਰੇ ਜਾਣਦੇ ਹਾਂ। ਔਰ ਵਾਕਈ ਮਤਲਬ ਭਲਾ ਮਾਨਸ ਜਿਹੜਾ ਹੈ ਨਾ, ਉਹ ਵਿਚਾਰਾ ਤੰਗ ਹੀ ਤੰਗ ਹੈ, ਜਿਹੜਾ ਕਹਿੰਦਾ ਯਾਰ ਮੈਂ ਤਾਂ 2 ਰੋਟੀਆਂ ਖਾਣੀਆਂ, ਬੱਚੇ ਪਾਲਣੇ ਨੇ, ਪਰਿਵਾਰ ਪਾਲਣੇ ਨੇ, ਉਹ ਡਰਿਆ ਹੀ ਰਹਿੰਦਾ। ਭਲੇ ਮਾਨਸ ਦਾ ਕੋਈ ਜ਼ਮਾਨਾ ਨਹੀਂ ਰਹਿ ਗਿਆ ਅੱਜ ਕੱਲ੍ਹ, ਤੇ ਇਹ ਚੱਲਦਾ ਪਿਆ। ਆਮ ਤੌਰ 'ਤੇ ਅਸੀਂ ਬਜ਼ੁਰਗਾਂ ਦੇ ਮੂੰਹ 'ਚੋਂ ਇਹ ਗੱਲ ਸੁਣਦੇ ਹਾਂ, ਆਮ ਲੋਕਾਂ ਦੀ ਜ਼ਿੰਦਗੀ ਹੁਣ ਇੱਦਾਂ ਦੀ ਹੋਈ ਹੈ ਪੰਜਾਬ ਦੇ ਅੰਦਰ। ਔਰ ਅਸੀਂ ਚਾਹੁੰਦੇ ਹਾਂ ਕਿ ਇੱਥੇ ਫੋਰਨ ਦੀਆਂ ਕੰਪਨੀਆਂ ਆਉਣ, ਇਨਵੈਸਟ ਕਰਨ। ਕੀ ਗਰੰਟੀ ਹੈ ਕਿ ਉਹ ਸਿਕਿਉਰ ਰਹਿਣਗੇ, ਉਹਨਾਂ ਨੂੰ ਫੋਨ ਨਹੀਂ ਆਏਗਾ ਇੱਦਾਂ ਦਾ, ਹਾਂਜੀ ਫਲਾਣੀ ਕੰਟਰੀ ਤੋਂ ਆਏ ਹੋ। ਅੱਛਾ, ਇੱਕ ਗੱਲ ਮੈਂ ਵੀ ਦੇਖੀ ਆ ਨਾ, ਪੰਜਾਬ ਦੇ ਵਿੱਚ VVIP ਕਲਚਰ ਬਹੁਤ ਭਾਰਾ ਆ, ਬਹੁਤ ਜ਼ਿਆਦਾ। ਤੁਸੀਂ ਨਾਕੇ ਤੇ ਖੜੇ ਕਰਕੇ ਦੇਖ ਲਓ, ਉਹ ਸਾਰਾ ਹਰ ਕਿਸੇ ਦੇ ਕੰਨ ਤੇ ਫੋਨ ਲੱਗਾ ਹੁੰਦਾ ਵੀ ਮੈਂ ਫਲਾਣੇ ਦੇ ਨਾਲ ਗੱਲ ਕਰਾਉਣਾ। ਪਹੁੰਚ ਹੀ ਬਹੁਤ ਸਾਰਿਆਂ ਦੀ। ਚਲਾਨ ਹੋਇਆ ਹੋਵੇ ਤੇ ਪੁਲਿਸ ਵਾਲੇ ਖੜੇ ਹੋਣ ਚਲਾਨ ਕਰਨ ਵਾਸਤੇ, ਉਹਨਾਂ ਨਾਲ ਗੱਲ ਕਰਵਾਉਣਗੇ ਫੋਨ ਤੇ, ਲਓ ਜੀ ਗੱਲ ਕਰੋ ਜੀ ਅੰਕਲ ਜੀ ਨਾਲ। ਵੀ ਬਹੁਤ ਪਹੁੰਚ ਹੀ ਬਹੁਤ ਸਾਡੀ ਸਾਰਿਆਂ ਦੀ ਨਾ, ਫਿਰ ਉਹ VIP ਸਾਰੇ ਅਕੋਮੋਡੇਟ ਕਰਨੇ ਵੀ ਕਿਤੇ ਸੌਖੇ ਥੋੜੀ ਆ। ਸੋ VIP ਕਲਚਰ, ਗੈਂਗਸਟਰਸ, ਐਡਮਿਨਿਸਟ੍ਰੇਸ਼ਨ ਦੀ ਇਨਵੋਲਵਮੈਂਟ, ਪੋਲੀਟੀਕਲ ਵਿਲ ਦੀ ਕਮਜ਼ੋਰੀ, ਪੋਲੀਟੀਕਲ ਡਰਾਮਾ ਆਪਣੀ ਜਗ੍ਹਾ, ਫਿਰ ਸੈਂਟਰ ਤੋਂ ਪ੍ਰੈਸ਼ਰ। ਕਿੰਨੇ ਕੁ ਮੁੱਦੇ ਨੇ, ਕਿੰਨੇ ਕੁ ਹੱਲ ਕਰਾਂਗੇ? ਆਪਣਾ ਖਿਆਲ ਹੈ ਕਿ ਚੱਲਣਾ ਚਾਹੀਦਾ। ਵਾਕਈ ਸੰਜੀਵ ਜੀ, ਤੁਸੀਂ ਤੁਹਾਡੀ ਗੱਲ ਤੇ ਸਹੀ ਹੈ, ਔਰ ਅਸੀਂ ਹੁਣ ਚੱਲਦੇ ਹਾਂ ਕਿਉਂਕਿ ਮੁੱਦੇ ਤਾਂ ਬਹੁਤ ਨੇ। ਕਿੰਨੇ ਕੁ ਮੁੱਦੇ ਡਿਸਕਸ ਕਰਾਂਗੇ, ਹਰ ਥਾਂ ਤੋਂ ਮੁੱਦਾ ਹੀ ਆਉਂਦਾ ਪਿਆ ਜੀ, ਔਰ ਸਾਡੇ ਉੱਤੇ ਆਪਣਾ ਪ੍ਰੈਸ਼ਰ ਪੈ ਗਿਆ ਮੁੱਦਿਆਂ ਦਾ। ਵਾਕਈ ਚਲੋ, ਫਿਲਹਾਲ ਅਸੀਂ ਮਿਲਾਂਗੇ ਤੁਹਾਨੂੰ ਕੱਲ੍ਹ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV। ਮੈਨੂੰ ਤਾਂ ਸੰਜੀਵ ਜੀ ਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ ਜੀ।